today we will deliberate on major components of RAMSA. Normally RAMSA ਦੇ ਵਿੱਚ ਜਿਹੜੀ ਗੱਲ ਚੱਲ ਰਹੀ ਹੈਗੀ ਹੈ ਉਹ ਚਾਰ ਮੇਜਰ ਕੰਪੋਨੈਂਟਸ ਦੀ ਗੱਲ ਹਮੇਸ਼ਾ ਹੀ ਚੱਲਦੀ ਹੈ। ਪਹਿਲਾ ਹੈ ਕਿ ਅਸੀਂ ਐਕਸੈਸ ਜਿਹੜਾ ਹੈ ਸੈਕੰਡਰੀ ਐਜੂਕੇਸ਼ਨ ਲਈ ਬੱਚਿਆਂ ਦਾ ਐਕਸੈਸ ਜਿਹੜਾ ਹੈ ਉਹਨਾਂ ਦੀ ਪਹੁੰਚ ਜਿਹੜੀ ਹੈ ਐਜੂਕੇਸ਼ਨ ਇੰਸਟੀਟਿਊਟਸ ਦੀ ਪਹੁੰਚ ਜਿਹੜੀ ਹੈ ਉਸ ਨੂੰ ਵਧਾਉਣਾ ਚਾਹੁੰਦੇ ਹਾਂ। ਦੂਸਰਾ ਵੀ ਵਾਂਟ ਟੂ ਇੰਪਰੂਵ ਦ ਕੁਆਲਿਟੀ ਆਫ ਦ ਐਜੂਕੇਸ਼ਨ ਵਿਚ ਵੀ ਆਰ ਇੰਪਾਰਟਿੰਗ ਟੂ ਆਵਰ students, and third is we try to establish the equity in term of attainments. ਅਸੀਂ ਐਕਸੈਸ ਦੇ ਵਿੱਚ ਵੀ ਐਡਮਿਸ਼ਨ ਦੇ ਵਿੱਚ ਵੀ ਔਰ ਅਟੇਨਮੈਂਟਸ ਦੇ ਵਿੱਚ ਵੀ ਇਕੁਇਟੀ ਲੈ ਕੇ ਆਉਣਾ ਚਾਹੁੰਦੇ ਹਾਂ। ਐਂਡ ਦੈਨ ਵੀ ਹੈਵ ਸਿਵਲ ਵਰਕ ਐਂਡ ਫਾਈਨੈਂਸ਼ੀਅਲ ਪੈਟਰਨਸ। ਇਹਦੇ ਵਿੱਚ ਅਸੀਂ ਸਾਰਾ ਕੁਝ ਜਿਹੜਾ ਹੈ ਇਸ ਨੂੰ ਡਿਟੇਲ 'ਚ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਤਾਂ ਐਕਸੈਸ ਦੀ ਗੱਲ ਵੈਸੇ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਜਦੋਂ ਅਸੀਂ ਐਕਸੈਸ ਦੀ ਗੱਲ ਕਰਦੇ ਹਾਂ ਕਿ ਅਸੀਂ ਕਹਿੰਦੇ ਹਾਂ ਕਿ ਇੱਕ ਤਾਂ ਮਿਡਲ ਤੋਂ ਹਾਈ ਸਕੂਲ ਅਪਗ੍ਰੇਡ ਕਰਕੇ ਅਸੀਂ ਮੈਕਸੀਮਮ ਸਕੂਲਾਂ ਨੂੰ ਸੈਕੰਡਰੀ ਸਕੂਲ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਕਿ ਅਸੀਂ ਸੈਕੰਡਰੀ ਐਜੂਕੇਸ਼ਨ ਜਿਹੜੀ ਹੈ ਉਸ ਨੂੰ ਵੀ ਉਸੇ ਪੈਟਰਨ 'ਤੇ ਜਿਹੜਾ ਹੈ ਨੀਅਰ ਟੂ ਡੋਰ ਸਟੈਪ ਲੈ ਕੇ ਜਾ ਸਕੀਏ ਔਰ ਵਿਦਿਨ ਦਾ ਵਾਕਿੰਗ ਡਿਸਟੈਂਸ ਜਿਹੜਾ ਹੈ ਅਸੀਂ ਹਾਇਰ ਐਜੂਕੇਸ਼ਨ ਪੋਸੀਬਲ ਬਣਾ ਸਕੀਏ। ਉਹ ਕਹਿੰਦੇ ਆ ਕਿ ਸੀਨੀਅਰ ਸੈਕੰਡਰੀ ਸਕੂਲ ਹੁਣ ਇੱਥੇ ਗੱਲ ਹੋਣੀ ਸ਼ੁਰੂ ਹੋਈ ਹੈ ਕਿ 5 ਕਿਲੋਮੀਟਰ, ਵੈਸੇ 7 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਔਰ 5 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਹਾਈ ਸਕੂਲ ਜਿਹਨੂੰ ਸੈਕੰਡਰੀ ਸਕੂਲ ਆਖਦੇ ਆ ਉਹ ਪ੍ਰੋਵਾਈਡ ਕਰਨਾ ਹੈ। ਔਰ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ 9th ਔਰ 10th ਜਿਹੜਾ ਸੈਕੰਡਰੀ ਸਕੂਲ ਅਸੀਂ ਬਣਾਈਏ ਉਹਦੇ ਵਿੱਚ ਮਿਨੀਮਮ ਜਿਹੜੇ ਹੈਗੇ 70 ਸਟੂਡੈਂਟਸ ਜਿਹੜੇ ਨੇ ਨੀਅਰ ਬਾਏ ਜਿਹੜੀ ਹੈ ਲੋਕਲ ਪਾਪੂਲੇਸ਼ਨ ਉੱਥੋਂ ਐਡਮਿਸ਼ਨ ਲੈ ਸਕਣ। ਉਸ ਤੋਂ ਬਾਅਦ ਅਸੀਂ ਰਿਲੈਕਸੇਸ਼ਨ ਦੀ ਗੱਲ ਕਰਦੇ ਹਾਂ ਕਿ ਅਸੀਂ ਕਹਿੰਦੇ ਹਾਂ ਕਿ ਜੇਕਰ ਸਕੂਲ ਅਸੀਂ ਵੈਸੇ ਤਾਂ ਨੋਰਮ ਸੈੱਟ ਕਰ ਦਿੱਤੇ ਕਿ ਸਕੂਲ ਇੰਨੀਆਂ ਫੈਸਿਲਿਟੀਜ਼ ਦੇ ਨਾਲ ਹੋਏਗਾ, ਪਰ when we have a hilly area, when we have a area where there is a difficulty of circumstance and the climate ਤਾਂ ਉਹ ਅਸੀਂ ਉੱਥੇ ਜਿਹੜੀ ਹੈ ਥੋੜ੍ਹੀ ਰਿਲੈਕਸੇਸ਼ਨ ਦੇਵਾਂਗੇ ਸਕੂਲ ਇਸਟੈਬਲਿਸ਼ ਕਰਨ ਦੇ ਲਈ। ਜਿਵੇਂ ਕਿ 4 ਏਕੜ ਸਕੂਲ ਜਿਹੜਾ ਹਾਈ ਸਕੂਲ ਬਣਾਉਣ ਦੇ ਲਈ 4 ਏਕੜ ਪਿੰਡ ਦੇ ਵਿੱਚ ਚਾਹੀਦੇ ਆ ਅਤੇ 2 ਏਕੜ ਜਿਹੜੇ ਹੈਗੇ ਆ ਸਿਟੀਜ਼ ਦੇ ਵਿੱਚ ਚਾਹੀਦੇ ਆ। ਪਰ ਜੇਕਰ ਕੋਈ ਹਿੱਲੀ ਸਟੇਸ਼ਨ ਹੋਵੇ ਤਾਂ ਉੱਥੇ 1 ਏਕੜ 'ਚ ਵੀ ਸਕੂਲ ਬਣਾਇਆ ਜਾ ਸਕਦਾ। ਜੇਕਰ ਕੋਈ ਉਸ ਤਰ੍ਹਾਂ ਦਾ ਏਰੀਆ ਹੈ ਜਿੱਥੇ ਅਸੀਂ ਕਹਿੰਦੇ ਹਾਂ ਕਿ ਮੈਟਰੋਪੋਲੀਟਨ ਸਿਟੀ ਹੈ, ਬਹੁਤ ਕੋਸਟਲੀ ਜਿਹੜਾ ਹੈ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿੱਥੇ ਕੋਈ ਇਸ ਤਰ੍ਹਾਂ ਦਾ ਹੈ ਕਿ ਅਰਥਕੁਏਕਸ ਬਹੁਤ ਆਉਂਦੇ ਆ, ਉੱਥੇ ਬਹੁਤ ਪੋਸੀਬਿਲਿਟੀ ਨਹੀਂ ਹੈ, ਤਾਂ ਅਸੀਂ ਛੋਟੀ ਜਿਹੜੀ ਲੈਂਡ ਹੈ ਅਸੀਂ ਰਿਲੈਕਸੇਸ਼ਨ ਦੇ ਕੇ ਵੀ ਦ ਏਮ ਇਜ਼ ਟੂ ਇੰਪਰੂਵ ਦ ਐਕਸੈਸ, ਏਮ ਇਜ਼ ਟੂ ਇਨਕਰੀਜ਼ ਦੈਟ ਐਡਮਿਸ਼ਨ ਪੁਆਇੰਟਸ ਫਾਰ ਦ ਸਟੂਡੈਂਟਸ। ਅਸੀਂ ਵੱਧ ਤੋਂ ਵੱਧ ਉਸ ਤਰ੍ਹਾਂ ਦੇ ਸੈਂਟਰ ਜਾਂ ਸਕੂਲ ਜਿਹੜੇ ਨੇ ਨੀਅਰ ਬਾਏ ਜਿਹੜੇ ਹੈ ਨੇਬਰਹੁੱਡ ਦੇ ਵਿੱਚ ਪ੍ਰੋਵਾਈਡ ਕਰਵਾਉਣਾ ਚਾਹੁੰਦੇ ਹਾਂ, ਜਿੱਥੇ ਬੱਚਾ ਜਿਹੜਾ ਇਹ ਨਾ ਫੀਲ ਕਰੇ ਕਿ I am not able to attain that admission because of non-availability of the ਐਜੂਕੇਸ਼ਨਲ ਸਰਵਿਸਿਜ਼। ਤਾਂ ਅਸੀਂ ਇਹ ਚੀਜ਼ ਦੀ ਗੱਲ ਇਹਦੇ ਵਿੱਚ ਕਰ ਰਹੇ ਹਾਂ। ਔਰ ਪੰਜਾਬ ਦੇ ਵਿੱਚ ਅਸੀਂ ਪਿਛਲੇ ਸਾਲ ਜਿਹੜਾ ਹੈ 2009 ਤੋਂ ਲੈ ਕੇ ਹੁਣ ਤੱਕ 318 ਸਕੂਲ ਜਿਹੜੇ ਨੇ ਉਹਨਾਂ ਨੂੰ ਅਪਗ੍ਰੇਡ ਕਰਕੇ ਸੈਕੰਡਰੀ ਸਕੂਲ ਬਣਾ ਚੁੱਕੇ ਹਾਂ। ਇਸੇ ਪ੍ਰੋਗਰਾਮ ਦੇ ਅੰਡਰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਕਨਵਰਟ ਕਰ ਦਿੱਤਾ। ਵੈਸੇ ਵੀ ਸਾਡੇ ਕੋਲ ਸੀਨੀਅਰ ਸੈਕੰਡਰੀ ਸਕੂਲ ਬਹੁਤ ਜ਼ਿਆਦਾ ਹੈ, 4000 ਦੇ ਕਰੀਬ ਸੀਨੀਅਰ ਸੈਕੰਡਰੀ ਸਕੂਲ ਪੰਜਾਬ ਦੇ ਵਿੱਚ ਹੈ। ਵੀ ਆਰ ਵਿਦ ਬੈਸਟ ਇਨਫਰਾਸਟਰਕਚਰ। ਅਸੀਂ ਇਹ ਕਹਿ ਰਹੇ ਹਾਂ ਕਿ ਸਾਡੇ ਇਨਫਰਾਸਟਰਕਚਰ ਪੰਜਾਬ ਜਿਹੜਾ ਹੈ ਇਜ਼ ਅ ਪ੍ਰਾਈਜ਼ ਵਿਨਰ। ਬਸ ਸਿਰਫ ਪ੍ਰੋਬਲਮ ਸਾਡੇ ਕੀ ਹੈ ਕਿ ਵੀ ਆਰ ਪੂਅਰ ਇਨ ਐਜੂਕੇਸ਼ਨਲ ਐਂਡ ਅਕੈਡਮਿਕ ਅਟੇਨਮੈਂਟਸ। ਸਾਡੀਆਂ ਬੱਚੇ ਦੀਆਂ ਅਚੀਵਮੈਂਟਸ ਅੱਛੀਆਂ ਨਹੀਂ ਹੈ, ਇਨਫਰਾਸਟਰਕਚਰ ਅਸੀਂ ਅੱਛਾ ਕਰ ਪਾਏ ਹਾਂ। ਔਰ ਰਮਸਾ ਦਾ ਪ੍ਰੋਗਰਾਮ ਜਿਹੜਾ ਹੈ ਉਹ ਇਹੀ ਸੀਗਾ। ਅਗਲੀ ਗੱਲ ਅਸੀਂ ਕਹਿੰਦੇ ਹਾਂ ਕੁਆਲਿਟੀ ਇੰਪਰੂਵ ਕਰਨੀ ਹੈ। ਸੈਕੰਡ ਪੈਰਾਮੀਟਰ ਜਿਹੜਾ ਅਸੀਂ ਇਹਦੇ ਵਿੱਚ ਰੱਖਿਆ ਸੀਗਾ ਦੈਟ ਇਜ਼ ਅਬਾਊਟ ਕੁਆਲਿਟੀ ਇੰਟਰਵੈਂਸ਼ਨ। ਪਹਿਲਾ ਹੈ ਕਿ ਸਕੂਲ ਨੂੰ ਗ੍ਰਾਂਟ ਜਿਹੜੀ ਹੈ ਪਰ ਐਨੂਅਮ ਅਸੀਂ 50,000 ਦੀ ਦੇਵਾਂਗੇ ਤਾਂ ਕਿ ਸਕੂਲ ਆਪਣੇ ਆਪ ਨੂੰ ਬੈਟਰ ਕਰ ਸਕਣ, ਕੁਛ ਨਵਾਂ ਐਡ ਕਰ ਸਕਣ, ਕੋਈ ਲੈਬ, ਕੋਈ ਮਟੀਰੀਅਲ, ਲਾਇਬ੍ਰੇਰੀ ਲਈ ਕੋਈ ਬੁੱਕਸ, ਕੋਈ ਟੀਚਿੰਗ ਏਡ, ਕੋਈ ਇਸ ਤਰ੍ਹਾਂ ਦਾ ਇਨਫਰਾਸਟਰਕਚਰ। ਜਿਵੇਂ ਅਸੀਂ ਡੈਸਕ ਦੀ ਗੱਲ ਕਰਦੇ ਹਾਂ ਜਾਂ ਅਸੀਂ ਕਹਿੰਦੇ ਹਾਂ ਕਿ ਬਲੈਕ ਬੋਰਡ ਤੋਂ ਹਟ ਕੇ ਗ੍ਰੀਨ ਬੋਰਡ ਵੱਲ ਸ਼ਿਫਟ ਕਰ ਸਕਦੇ ਹਾਂ, ਜਾਂ ਅਸੀਂ 50,000 'ਚ ਇੱਕ ਕਲਾਸਰੂਮ ਲਈ ਅਸੀਂ LCD ਪ੍ਰੋਜੈਕਟਰ ਲਗਾ ਸਕਦੇ ਹਾਂ। ਤਾਂ ਇਸ ਤਰ੍ਹਾਂ ਦੀਆਂ ਗ੍ਰਾਂਟਸ ਜਿਹੜੀਆਂ ਸਕੂਲ ਨੂੰ ਅਸੀਂ ਪਰ ਐਨੂਅਮ ਬੇਸਿਸ ਦੇ ਉੱਪਰ ਜਿਹੜੀਆਂ ਦੇਣੀਆਂ ਸ਼ੁਰੂ ਕੀਤੀਆਂ, ਇਹਦੀ ਗੱਲ ਵੀ ਇਹਦੇ ਵਿੱਚ ਹੋਈ ਹੈ। ਔਰ ਇਹ ਜਿਹੜੀ ਗ੍ਰਾਂਟ ਹੈ ਇਹਨੂੰ ਯੂਟੀਲਾਈਜ਼ ਉਹ ਕਹਿੰਦੇ ਆ ਫਿਰ ਕਿੱਥੇ ਕੀਤਾ ਜਾਏਗਾ। ਅਸੀਂ ਕਹਿੰਦੇ ਹਾਂ ਲੈਬੋਰਟਰੀ ਇਕਵਿਪਮੈਂਟਸ ਆਉਣਗੇ, ਪਰਚੇਜ ਕਰਾਂਗੇ, ਕੰਜ਼ਿਊਮਰ ਆਰਟੀਕਲ ਜਿਵੇਂ ਮੰਨ ਲਓ ਕਿ ਡਸਟਰ ਆ ਗਏ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਜਿਹੜੀ ਕੰਜ਼ਿਊਮ ਹੋ ਜਾਣੀ ਹੈ, ਚੌਕਸ ਹੋਏ, ਬੁੱਕਸ ਅਸੀਂ ਪਰਚੇਜ ਕਰ ਸਕਦੇ ਹਾਂ। ਔਰ ਮੈਗਜ਼ੀਨਸ ਔਰ ਪੀਰੀਓਡਿਕਸ ਐਂਡ ਨਿਊਜ਼ਪੇਪਰ ਜਿਹੜੇ ਨੇ ਉਹ ਸਬਸਕ੍ਰਾਈਬ ਕੀਤੇ ਜਾ ਸਕਦੇ ਆ ਜਾਂ ਜਿਹੜੇ ਹੈਗੇ ਆ ਬਿੱਲ ਪੇ ਕੀਤੇ ਜਾ ਸਕਦੇ ਆ। ਸਪੋਰਟਸ ਦੇ ਇਕਵਿਪਮੈਂਟਸ ਜਿਹੜੇ ਹੈ ਅਸੀਂ ਉਹ ਬੱਚਿਆਂ ਲਈ ਕਰ ਸਕਦੇ ਹਾਂ, ਟੀਚਿੰਗ ਏਡ ਖਰਚ ਕਰ ਸਕਦੇ ਹਾਂ। ਅਤੇ 50,000 ਰੁਪਈਆ ਇਸ ਤਰ੍ਹਾਂ ਖਰਚ ਕਰਨ ਲਈ ਸਾਨੂੰ ਮਿਲੇਗਾ।
ਔਰ ਐਗਜ਼ੀਕਰਸ਼ਨ ਦੇ ਅਕੋਰਡਿੰਗ ਅਸੀਂ ਜੇਕਰ ਇਹ 50,000 ਰੁਪਈਆ ਟੂਰ ਐਂਡ ਟਰੈਵਲ ਦੇ ਉੱਪਰ ਲਗਾਉਣਾ ਹੋਵੇ ਤਾਂ 200 ਰੁਪਈਆ ਪਰ ਸਟੂਡੈਂਟ 9th ਔਰ 10th ਦੇ ਬੱਚੇ ਨੂੰ ਅਸੀਂ ਕਿਸੇ ਵਿਜ਼ਿਟ ਕਰਵਾ ਸਕਦੇ ਹਾਂ। ਔਰ ਇਸੇ ਤਰ੍ਹਾਂ 1 ਲੱਖ ਰੁਪਈਆ ਡਿਸਟ੍ਰਿਕਟ ਨੂੰ ਮਿਲਦਾ ਹੈ ਹਰ ਡਿਸਟ੍ਰਿਕਟ ਨੂੰ ਸਾਇੰਸ ਐਗਜੀਬਿਸ਼ਨ ਲਗਾਉਣ ਦਾ। ਤਾਂ ਉਹ ਸਾਇੰਸ ਸੁਪਰਵਾਈਜ਼ਰ ਨੂੰ ਮਿਲਦਾ ਹੈ ਜਿਹੜਾ ਕਿ ਡਿਪਟੀ ਡੀਓ ਦੇ ਬਰਾਬਰ ਦੇ ਰੈਂਕ ਦਾ ਪਰਸਨ ਹੋਇਆ ਕਰਦਾ ਔਰ ਡਿਸਟ੍ਰਿਕਟ ਲੈਵਲ ਦੇ ਉੱਪਰ ਬੈਠਦਾ। ਔਰ ਹਰ ਸਾਲ ਇੱਕ ਸਾਇੰਸ ਫੇਅਰ ਅਸੀਂ ਕਰਵਾਉਂਦੇ ਹਾਂ ਜਿਹਦੇ ਵਿੱਚ ਅਸੀਂ ਮਾਡਲ ਮੇਕਿੰਗ ਦੇ ਨਾਲ ਨਾਲ ਜਿਹੜਾ ਹੈ ਅਸੀਂ ਉਹਦੇ ਵਿੱਚ ਐਗਜੀਬਿਸ਼ਨ ਲਗਾਉਂਦੇ ਹਾਂ ਜਿਹੜੇ ਵੱਖ-ਵੱਖ ਤਰ੍ਹਾਂ ਦੇ ਬੱਚੇ ਪ੍ਰੋਜੈਕਟ ਬਣਾ ਕੇ ਲੈ ਕੇ ਆਉਂਦੇ ਆ। ਤਾਂ ਇਹ ਇੱਕ ਕੰਸੈਪਟ ਹੈ ਜਿਹਦੇ ਵਿੱਚ ਅਸੀਂ ਬੱਚਿਆਂ ਦੇ ਕ੍ਰੀਏਟਿਵ ਇਨੋਵੇਟਿਵ ਆਈਡੀਆਜ਼ ਜਿਹੜੇ ਨੇ ਉਹਨਾਂ ਨੂੰ ਨਰਚਰ ਕਰਨ ਦੀ ਗੱਲ ਕਰਦੇ ਹਾਂ ਔਰ ਨਾਲ ਅਸੀਂ ਜਿਹੜਾ ਹੈ ਬੱਚਿਆਂ ਦਾ ਜਿਹੜਾ ਐਕਸਪੋਜ਼ਰ ਹੈ ਉਹ ਟੈਕਨੋਲੋਜੀ ਵੱਲ ਲੈ ਕੇ ਜਾਣ ਦੀ ਗੱਲ ਕਰਦੇ ਹਾਂ। ਫਿਰ ਰੈਮਡੀਅਲ ਟੀਚਿੰਗ ਵਾਸਤੇ ਅਸੀਂ ਕਹਿੰਦੇ ਹਾਂ ਕਿ ਜਿਹੜੇ ਸਲੋ ਲਰਨਰ ਬੱਚੇ ਹੈਗੇ ਆ ਪਰ ਸਟੂਡੈਂਟ ਅਸੀਂ 500 ਰੁਪੀਜ਼ ਜਿਹੜਾ ਹੈ ਐਕਸਟਰਾ ਖਰਚ ਕਰ ਸਕਦੇ ਹਾਂ। ਇਹ ਅਸੀਂ ਪੇ ਕਰਾਂਗੇ ਕੁਝ ਇਸ ਤਰ੍ਹਾਂ ਦਾ ਹੈਲਪਿੰਗ ਮਟੀਰੀਅਲ ਡਿਵੈਲਪ ਕਰਨ ਦੇ ਲਈ ਜਿਹੜਾ ਸੈਲਫ ਮੋਡਿਊਲ ਲਰਨਿੰਗ ਦੇ ਵਿੱਚ ਹੈਲਪ ਕਰੇ। ਬੱਚਾ ਘਰ ਵੀ ਉਸ ਨੂੰ ਰਿਵਾਈਜ਼ ਕਰਨ ਦੇ ਲਈ ਆਪਣੀਆਂ ਡਰਿਲ ਕਰਨ ਦੇ ਲਈ ਯੂਜ਼ ਕਰ ਸਕੇ। ਔਰ ਉਹ ਭਾਵੇਂ ਜਿਹੜਾ ਸਲੋ ਲਰਨਰ ਹੈ ਉਹਦੇ ਲਈ ਅਸੀਂ ਕਲਰਫੁਲ ਕੋਈ ਜਿਹੜਾ ਹੈ ਕੰਟੈਂਟ ਕ੍ਰੀਏਸ਼ਨ ਦੀ ਗੱਲ ਕਰੀਏ ਜਾਂ ਅਸੀਂ ਕੋਈ ਗੇਮ ਕ੍ਰੀਏਸ਼ਨ ਦੀ ਗੱਲ ਕਰੀਏ ਜਾਂ ਅਸੀਂ ਕੋਈ ਲਰਨਿੰਗ ਮੋਡਿਊਲ ਡਿਵੈਲਪ ਕਰਨ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦੀ ਗੱਲ ਇਹਦੇ ਵਿੱਚ ਹੈ। ਔਰ ਅਗਲੀ ਗੱਲ ਅਸੀਂ ਕਹਿੰਦੇ ਹਾਂ ਕੁਆਲਿਟੀ ਦੇ ਵਿੱਚ ਅਸੀਂ ਕਹਿੰਦੇ ਹਾਂ ਮੈਥ ਕਿਟਸ ਜਿਹੜੀਆਂ ਨੇ ਬੱਚੇ ਨੂੰ ਪਰ ਸਕੂਲ ਅਸੀਂ ਸਾਇੰਸ ਔਰ ਮੈਥ ਕਿਟਸ ਦੇ ਵਾਸਤੇ ਅਸੀਂ 2200 ਰੁਪਈਆ ਦੇਵਾਂਗੇ ਔਰ ਮੈਥ ਕਿਟਸ ਦੇ ਵਾਸਤੇ 2000 ਰੁਪੀਜ਼ ਜਿਹੜਾ ਹੈ ਅਸੀਂ ਪੇ ਕਰਾਂਗੇ ਹਰ ਸਕੂਲ ਨੂੰ। ਔਰ ਫਿਰ ਅਗਲੀ ਗੱਲ ਹੈ ਕਿ ਡਿਸਟ੍ਰਿਕਟ ਲੈਵਲ ਅਸੀਂ ਇੱਕ ਕੁਇਜ਼ ਕੰਪੀਟੀਸ਼ਨ ਕਰਵਾਵਾਂਗੇ ਜਿਹਦੇ ਵਾਸਤੇ ਡਿਸਟ੍ਰਿਕਟ ਨੂੰ 50,000 ਦੀ ਗ੍ਰਾਂਟ ਮਿਲੇਗੀ ਪਰ ਐਨੂਅਮ। ਔਰ ਉਸ ਕੁਇਜ਼ ਦੇ ਵਿੱਚ ਅਸੀਂ ਮੈਥਮੈਟਿਕਸ ਦਾ ਕੁਇਜ਼ ਜਾਂ ਕੰਪੀਟੀਸ਼ਨ ਜਿਹੜਾ ਹੈ ਸਾਇੰਸ ਕੁਇਜ਼ ਜਾਂ ਅਸੀਂ ਕੋਈ ਜਨਰਲ ਜੀਕੇ ਦਾ ਕੁਇਜ਼ ਜਿਹੜਾ ਹੈ ਉਹ ਕਰਵਾ ਸਕਦੇ ਹਾਂ। ਔਰ ਉਸ ਕੰਪੀਟੀਸ਼ਨ ਦੇ ਵਿੱਚ ਸਾਰੇ ਸਕੂਲ ਦੇ ਡਿਸਟ੍ਰਿਕਟ ਦੇ ਬੱਚਿਆਂ ਨੂੰ ਪਾਰਟਿਸਿਪੇਟ ਕਰਵਾਇਆ ਜਾਏਗਾ ਤਾਂ ਕਿ ਇੱਕ ਬੱਚਿਆਂ 'ਚ ਕੰਪੀਟੀਟਿਵ ਸਕਿੱਲ ਡਿਵੈਲਪ ਹੋਵੇ ਔਰ ਉਹ ਬੈਟਰ ਲਰਨਿੰਗ ਜਿਹੜੀ ਹੈ ਉਸ ਨੂੰ ਜਾਂ ਜਿਹੜਾ ਹੈ ਅਸੀਂ ਇਨਕਰੇਜ ਕਰ ਸਕੀਏ ਨਰਚਰ ਕਰ ਸਕੀਏ। ਔਰ ਉਸ ਤੋਂ ਬਾਅਦ ਅਸੀਂ ਕਲਾ ਉਤਸਵ ਦੀ ਗੱਲ ਕਰਦੇ ਹਾਂ। ਕਲਾ ਉਤਸਵ ਉਸੇ ਤਰ੍ਹਾਂ ਹੀ ਹੈ ਜਿਵੇਂ ਅਸੀਂ ਹੈਂਡੀਕ੍ਰਾਫਟ ਦੀ ਗੱਲ ਕਰਦੇ ਹਾਂ ਜਾਂ ਅਸੀਂ ਜਿਹੜਾ ਯੂਥ ਫੈਸਟੀਵਲ ਦੇ ਵਿੱਚ ਤੁਸੀਂ ਦੇਖਦੇ ਹੋ ਤਾਂ ਕਲਾ ਉਤਸਵ ਦੇ ਵਿੱਚ ਅਸੀਂ 11 ਲੱਖ ਰੁਪਈਆ ਸਟੂਡੈਂਟਸ ਜਿਹੜੇ ਹੈਗੇ ਆ ਉਹ 9th ਤੋਂ ਲੈ ਕੇ 12th ਤੱਕ ਦੇ ਸਟੂਡੈਂਟਸ ਦੇ ਲਈ ਐਨੂਅਲੀ ਇੱਕ ਸਟੇਟ ਲੈਵਲ ਦਾ ਕਲਾ ਉਤਸਵ ਜਿਹੜਾ ਹੈ ਉਸ ਨੂੰ ਔਰਗੇਨਾਈਜ਼ ਕਰਨ ਦੀ ਲਈ ਗ੍ਰਾਂਟਸ ਜਿਹੜੀ ਹੈ ਗਵਰਨਮੈਂਟ ਦਿੰਦੀ ਹੈ ਜਿਹਦੇ ਵਿੱਚ ਅਸੀਂ ਲੋਕਲ ਰੀਜਨ ਦੇ ਜਿਹੜੇ ਕੋਈ ਕਲਚਰ ਹੈ ਕੋਈ ਹੈਰੀਟੇਜ ਹੈ ਉਸ ਤਰ੍ਹਾਂ ਦੀ ਜਿਹੜੇ ਹੈ ਆਰਟੀਕਲ ਜਾਂ ਉਸ ਤਰ੍ਹਾਂ ਦੀਆਂ ਜਿਹੜੀਆਂ ਜਾਂ ਡਾਂਸਸ ਜਾਂ ਕੋਈ ਸੌਂਗਸ ਜਾਂ ਕੋਈ ਐਗਜ਼ੀਬਿਸ਼ਨ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਇਸ ਦੇ ਥਰੂ ਜਿਹੜਾ ਹੈ ਕਲਾ ਉਤਸਵ ਦੇ ਵਿੱਚ ਜਿਹੜਾ ਹੈ ਪਲੇਸ ਦਿੰਦੇ ਹਾਂ ਔਰ ਤਾਂ ਕਿ ਬੱਚਿਆਂ ਨੂੰ ਆਪਣੇ ਕਲਚਰ ਨੂੰ ਅਸੀਂ ਅੱਗੇ ਟਰਾਂਸਮਿਟ ਕਰ ਸਕੀਏ। ਉਹ ਭਾਵੇਂ ਤੁਹਾਡਾ ਭੰਗੜਾ ਗਿੱਧਾ ਲੁੱਡੀ ਜਾਂ ਕੋਈ ਹੋਰ ਹੋਵੇ ਜਾਂ ਅਸੀਂ ਕਹੀਏ ਕਿ ਲੌਂਗ ਹੇਕ ਹੋਵੇ ਅਤੇ ਜਾਂ ਫਿਰ ਅਸੀਂ ਜਿਵੇਂ ਤੁਸੀਂ ਦੇਖਿਆ ਯੂਥ ਫੈਸਟੀਵਲ ਦੇ ਵਿੱਚ ਅਸੀਂ ਪੀੜ੍ਹੀਆਂ ਨਾਲੇ ਵਗੈਰਾ ਬਣਾ ਕੇ ਲੈ ਕੇ ਗਏ ਤਾਂ ਇਹ ਸਾਰਾ ਕੁਝ ਕਲਚਰਲ ਅੱਗੇ ਟਰਾਂਸਮਿਟ ਕਰਨ ਦੀ ਗੱਲ ਹੈ। ਫਿਰ ਹੈ ਟੀਚਰ ਟ੍ਰੇਨਿੰਗ ਦੀ ਗੱਲ। ਅਸੀਂ ਜਦੋਂ ਕੁਆਲਿਟੀ ਇੰਟਰਵੈਂਸ਼ਨ ਦੀ ਗੱਲ ਕਰਦੇ ਹਾਂ ਸਿਰਫ ਅਸੀਂ ਮਟੀਰੀਅਲ ਇੰਟਰਵੈਂਸ਼ਨ ਦੇ ਨਾਲ ਹੀ ਇੰਪਰੂਵ ਨਹੀਂ ਕਰ ਸਕਦੇ ਆਪਣੀਆਂ ਆਊਟਪੁੱਟਸ। ਸਾਨੂੰ ਸਭ ਤੋਂ ਪਹਿਲਾਂ ਹਿਊਮਨ ਰਿਸੋਰਸ ਨੂੰ ਜਿਹੜਾ ਹੈ ਬੈਟਰ ਕਰਨਾ ਹੁੰਦਾ ਹੈ। ਜਿੰਨਾ ਹੀ ਰਿਫਾਈਨਡ ਹਿਊਮਨ ਰਿਸੋਰਸ ਤੁਹਾਡੇ ਕੋਲ ਹੋਏਗਾ ਉਹੀ ਪੋਸੀਬਿਲਿਟੀ ਬਣਦੀ ਹੈ ਕਿ ਬੱਚਾ ਜਿਹੜਾ ਹੈ ਕੁਆਲਿਟੀ ਜਿਹੜੀ ਹੈ ਉਹ ਇੰਪਰੂਵ ਹੋਵੇ। ਜੇਕਰ ਟੀਚਰ ਸਕਿੱਲਫੁਲ ਹੈ ਟੀਚਰ ਨੌਲੇਜੇਬਲ ਹੈ ਟੀਚਰ ਜਿਹੜਾ ਹੈ ਕੰਪੀਟੈਂਟ ਹੈ ਔਰ ਬੈਟਰ ਜਿਹੜੀਆਂ ਨੇ ਕਮਿਊਨੀਕੇਸ਼ਨ ਸਕਿੱਲਸ ਦੇ ਨਾਲ ਹੈ ਤਾਂ ਹੀ ਜਿਹੜੀ ਹੈ ਐਜੂਕੇਸ਼ਨਲ ਜਿਹੜੀ ਅਟੇਨਮੈਂਟਸ ਨੇ ਬੱਚੇ ਦੀਆਂ ਇੰਪਰੂਵ ਹੋ ਸਕਦੀਆਂ। ਅਤੇ ਇਸ ਦੇ ਲਈ ਇਨ ਸਰਵਿਸ ਟ੍ਰੇਨਿੰਗ ਪ੍ਰੋਗਰਾਮ ਲੈ ਕੇ ਆਂਦੇ ਗਏ ਜਿਵੇਂ ਕਾਲਜ ਟੀਚਰਸ ਦੇ ਵਾਸਤੇ ਸੀਗਾ ਇੰਡਕਸ਼ਨ ਪ੍ਰੋਗਰਾਮ ਜਿਹੜਾ ਲੈ ਕੇ ਆਂਦਾ ਗਿਆ। ਨਵੇਂ ਟੀਚਰ ਜਿਹੜੇ ਆਉਣਗੇ ਉਹਨਾਂ ਨੂੰ 60 ਡੇ ਦਾ ਅਸੀਂ ਇੱਕ ਪ੍ਰੋਗਰਾਮ 2020 ਦੇ 3 ਮੋਡਿਊਲਸ ਦੇ ਵਿੱਚ ਕਰਵਾਵਾਂਗੇ ਜਿਹਦੇ ਵਿੱਚ ਪਹਿਲਾਂ ਅਸੀਂ ਉਹਨਾਂ ਨੂੰ ਜਿਹੜਾ ਹੈ ਡਿਪਾਰਟਮੈਂਟਲ ਓਰੀਐਂਟੇਸ਼ਨ ਦੇਵਾਂਗੇ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਜਿਹੜੀਆਂ ਟੀਚਿੰਗ ਪ੍ਰੈਕਟਿਸਿਸ ਨੇ ਟੀਚਿੰਗ ਮੈਥਡਸ ਨੇ ਸਟ੍ਰੈਟੇਜੀਜ਼ ਉਹਨਾਂ ਬਾਰੇ ਦੇਵਾਂਗੇ। ਔਰ ਫਿਰ ਅਸੀਂ ਨਿਊ ਜਿਹੜੀਆਂ ਟੈਕਨੋਲੋਜੀਜ਼ ਜਿਹੜੀਆਂ ਐਂਟਰ ਕਰ ਰਹੀਆਂ ਹੈਗੀਆਂ ਤੁਹਾਡੇ ਦੇ ਵਿੱਚ ਉਸ ਦੇ ਬਾਰੇ 'ਚ ਓਰੀਐਂਟ ਕਰਵਾਵਾਂਗੇ। ਤਾਂ 2020 ਡੇਜ਼ ਦੇ 3 ਮੋਡਿਊਲਸ ਦੇ ਵਿੱਚ ਅਸੀਂ ਇਸ ਨੂੰ ਜਿਹੜਾ ਹੈ ਕਰਵਾਵਾਂਗੇ। ਉਸ ਤੋਂ ਬਾਅਦ ਜਿਹੜੇ ਅਫੀਸ਼ੀਅਲਸ ਨੇ ਜਿਹਦੇ ਵਿੱਚ ਹੈਡਮਾਸਟਰਸ ਨੇ ਜਿਹਦੇ ਵਿੱਚ ਰਮਸਾ ਦਾ ਹੈੱਡ ਹੈ ਜਿਹਦੇ ਵਿੱਚ SSA ਦਾ ਹੈੱਡ ਹੈ ਜਿਹਦੇ ਵਿੱਚ ਤੁਹਾਡਾ ਕੋਈ ਜਿਹੜਾ ਲੈਂਗੁਏਜ ਲੈਬ ਦਾ ਜਾਂ ਮਿਡ ਡੇ ਮੀਲ ਦਾ ਇੰਚਾਰਜ ਹੈ ਜਾਂ ਤੁਹਾਡਾ ਕਲੈਰੀਕਲ ਸਟਾਫ ਹੈ ਉਹਨਾਂ ਸਾਰਿਆਂ ਦੀ ਜਿਹੜੀ ਹੈ ਐਡਮਿਨਿਸਟ੍ਰੇਟਿਵ ਟ੍ਰੇਨਿੰਗ ਜਿਹੜੀ ਹੈ ਉਹ ਦਿੱਤੀ ਜਾਏਗੀ। ਔਰ ਉਸ ਦੇ ਵਿੱਚ ਫਾਈਨੈਂਸ਼ੀਅਲ ਜਿਹੜੀਆਂ ਐਲੋਕੇਸ਼ਨਸ ਨੇ ਉਹਨਾਂ ਦੀ ਯੂਟੀਲਾਈਜੇਸ਼ਨ ਔਰ ਉਹਨਾਂ ਦੀ ਜਿਹੜੀ ਹੈ ਰਿਕਾਰਡ ਮੇਨਟੇਨ ਕਰਨ ਦਾ ਜਿਹੜਾ ਹੈ ਸਾਰੀ ਟ੍ਰੇਨਿੰਗ ਜਿਹੜੀ ਹੈ ਉਹ ਦਿੱਤੀ ਜਾਏਗੀ। ਔਰ ਇਹ ਵੀ ਇੱਕ ਕੈਂਪ ਦੇ ਥਰੂ ਕਰਵਾਇਆ ਜਾਏਗਾ। ਔਰ ਫਿਰ ਇਸ ਦੇ ਨਾਲ ਉਹਨਾਂ ਨੇ ਕਿਹਾ ਓਰੀਐਂਟੇਸ਼ਨ ਪ੍ਰੋਗਰਾਮ 7 ਡੇ ਦੇ ਜਿਹੜੇ ਹਰ ਸਾਲ ਸਮਰ ਕੈਂਪਸ ਦੇ ਵਿੱਚ ਲੱਗਿਆ ਕਰਨਗੇ ਜਦੋਂ ਛੁੱਟੀਆਂ ਹੋਣਗੀਆਂ। ਫਿਰ ਇਕੁਇਟੀ ਇੰਟਰਵੈਂਸ਼ਨਸ ਦੀ ਗੱਲ ਕੀਤੀ ਗਈ। ਇਕੁਇਟੀ ਇੰਟਰਵੈਂਸ਼ਨ ਦੇ ਵਿੱਚ ਅਸੀਂ ਕਿਹਾ ਕਿ ਜਿਹੜੀਆਂ ਅਡੋਲੇਸੈਂਟ ਗਰਲਸ ਨੇ ਪੇਰੈਂਟਸ ਖਾਸ ਤੌਰ 'ਤੇ ਰਿਮੋਟ ਏਰੀਆਜ਼ ਦੇ ਵਿੱਚ ਹਿਲੀ ਏਰੀਆ ਦੇ ਵਿੱਚ ਬੈਕਵਰਡ ਏਰੀਆ ਦੇ ਵਿੱਚ ਟਰਾਈਬਲ ਏਰੀਆ ਦੇ ਵਿੱਚ ਔਰ ਰੂਰਲ ਬੈਲਟ ਦੇ ਵਿੱਚ ਜਿਹੜਾ ਬੱਚਿਆਂ ਨੂੰ ਪੜ੍ਹਾਉਣ ਦਾ ਫੇਥ ਇਸ ਕਰਕੇ ਨਹੀਂ ਹੈ ਕਿ
ਈਵ ਟੀਚਿੰਗ ਬਹੁਤ ਪ੍ਰੋਬਲਮ ਹੈ, ਬੱਚਿਆਂ ਵਿਮਨਸ ਜਿਹੜੀ ਹੈ ਉਹਨਾਂ ਦੇ ਖਿਲਾਫ ਜਿਹੜੀ ਹੈ ਵਾਇਲੈਂਸ ਜਿਹੜੀ ਹੈ ਬਹੁਤ ਜ਼ਿਆਦਾ ਹੈ, ਔਰ ਵਿਮਨ ਹਰਾਸਮੈਂਟ ਜਿਹੜੀ ਹੈ ਉਸ ਦੀ ਪ੍ਰੋਬਲਮ ਜਿਹੜੀ ਹੈ ਅਸੀਂ ਫੇਸ ਕਰ ਰਹੇ ਹਾਂ। ਤਾਂ ਫਿਰ ਉਹਨਾਂ ਨੇ ਕਿਹਾ ਕਿ ਸੈਲਫ ਡਿਫੈਂਸ ਦੇ ਲਈ ਅਸੀਂ ਕਰਾਟੇ ਟ੍ਰੇਨਿੰਗ ਔਰ ਸੈਲਫ ਡਿਫੈਂਸ ਜਿਹੜੀ ਹੈ ਟ੍ਰੇਨਿੰਗ ਪ੍ਰੋਗਰਾਮ ਲੈ ਕੇ ਆ ਰਹੇ ਹਾਂ। ਉਹਦੇ ਵਿੱਚ ਅਸੀਂ ਪਰ ਗਰਲ ਜਿਹੜਾ ਹੈ ਵੈਸੇ ਤਾਂ ਉਹਨਾਂ ਨੇ ਕਿਹਾ ਹੈਗਾ 2000 ਰੁਪੀਜ਼ ਜਿਹੜਾ ਹੈ ਇਹਦੇ ਵਿੱਚ ਮਿਸ ਹੋ ਗਿਆ ਲਿਖਣਾ, 2000 ਰੁਪੀਜ਼ ਪਰ ਗਰਲ ਜਿਹੜਾ ਹੈ ਦੇ ਹਿਸਾਬ ਨਾਲ ਅਸੀਂ ਐਨੂਅਲੀ ਐਕਸਪੈਂਡੀਚਰ ਜਿਹੜਾ ਹੈ ਕੋ ਐਜੂਕੇਸ਼ਨ ਸਕੂਲ ਦੇ ਵਿੱਚ ਕਰਾਂਗੇ। ਅਤੇ ਇਹਦੇ ਵਿੱਚ ਸਾਡੇ ਕੋਲ 9th ਤੋਂ 10th ਤੱਕ ਦੇ ਬੱਚੇ ਜਿਹੜੇ ਹੈਗੇ ਆ ਉਹਨਾਂ ਵਾਸਤੇ ਟੀਚਰ ਅਰੇਂਜ ਕਰਨ ਦੀ ਗੱਲ ਹੈ, ਉਹਨਾਂ ਵਾਸਤੇ ਕੈਂਪ ਲਗਾਉਣ ਦੀ ਗੱਲ ਹੈ, ਔਰ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਕੀਤੀ ਜਾਏਗੀ। ਪਰ ਸਾਡੇ ਇੱਥੇ ਇਹ ਜਿਹੜਾ ਪੈਸਾ ਬਹੁਤ ਜ਼ਿਆਦਾ ਯੂਟੀਲਾਈਜ਼ ਨਹੀਂ ਕੀਤਾ ਜਾਂਦਾ। ਇੱਕ ਟੀਚਰ ਨੂੰ 4000 ਰੁਪਈਆ ਦੇ ਕੇ ਰੱਖ ਲੈਂਦੇ ਆ, ਮਾਰਨਿੰਗ ਦੇ 20 ਮਿੰਟਸ ਜਿਹੜੇ ਹੈ ਅਸੀਂ ਟ੍ਰੇਨਿੰਗ ਕਰਵਾਉਂਦੇ ਹਾਂ, ਔਰ ਉਹ ਸਾਰਾ ਪੈਸਾ ਕਿਸੇ ਇਸ ਤਰ੍ਹਾਂ ਹੀ ਖੁਰਦ-ਬੁਰਦ ਹੋ ਜਾਂਦਾ। ਉਸ ਤੋਂ ਬਾਅਦ ਹੈ ਮੋਟੀਵੇਸ਼ਨਲ ਕੈਂਪਸ ਗਰਲਸ ਦੇ ਵਾਸਤੇ, ਕੋ ਐਜੂਕੇਸ਼ਨ ਗਰਲਸ ਦੇ ਵਾਸਤੇ। ਪਰ ਗਰਲ ਅਸੀਂ ਜਿਹੜਾ ਹੈ ਇੱਕ 7 ਡੇ ਕੈਂਪ ਲਗਾਵਾਂਗੇ, ਜਿਹਦੇ ਵਾਸਤੇ ਅਸੀਂ ਜਿਹੜਾ ਹੈ 2800 ਪਰ ਗਰਲ ਜਿਹੜਾ ਹੈ ਸਪੈਂਡ ਕਰਨਾ ਹੈ, ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਖਾਸ ਤੌਰ 'ਤੇ ਗਰਲਸ ਨੂੰ ਜਿਹੜਾ ਹੈ ਮੋਟੀਵੇਟ ਕਰਨਾ ਕਿ ਉਹ ਆਪਣੀ ਹਾਇਰ ਐਜੂਕੇਸ਼ਨ ਨੂੰ ਪਰਸੂ ਕਰਨ। ਫਿਰ ਅਸੀਂ ਇੱਕ ਪ੍ਰੋਜੈਕਟ ਜਿਹੜਾ ਹੈਲਥ ਐਂਡ ਹਾਈਜੀਨ ਦਾ ਲੈ ਕੇ ਆ ਰਹੇ ਹਾਂ। ਇਹ ਸੈਨੀਟਰੀ ਨੈਪਕਿਨ ਪ੍ਰੋਜੈਕਟ ਜਿਹੜਾ ਹੈ ਅੱਜ ਕੱਲ੍ਹ ਬੜਾ ਤੁਸੀਂ ਡੋਮੀਨੇਟ ਕਰਦਾ ਹੋਇਆ ਦੇਖੋਗੇ। ਗਵਰਨਮੈਂਟ ਨੇ ਕਿਹਾ ਕਿ ਅਸੀਂ ਇੰਡੀਜੀਨੀਅਸ ਜਿਹੜੇ ਹੈ ਸੈਨੀਟਰੀ ਨੈਪਕਿਨ ਜਾਂ ਜਿਹਨੂੰ ਹਾਈਜੀਨਿਕ ਜਿਹੜਾ ਹੈ ਨੈਪਕਿਨ ਜਿਹੜੇ ਨੇ 1 ਰੁਪੀਜ਼ ਪਰ ਜਿਹੜਾ ਹੈ ਪੀਸ ਦੇ ਹਿਸਾਬ ਨਾਲ ਬੱਚਿਆਂ ਨੂੰ ਜਿਹੜਾ ਹੈ ਖਾਸ ਤੌਰ 'ਤੇ ਜਿਹੜੀਆਂ ਗਰਲਸ ਰੈਜ਼ੀਡੈਂਸ਼ੀਅਲ ਸਕੂਲ 'ਚ ਰਹਿੰਦੀਆਂ ਨੇ ਜਾਂ ਸੈਕੰਡਰੀ ਸਕੂਲ 'ਚ ਰਹਿੰਦੀਆਂ ਨੇ ਔਰ ਪੂਅਰ ਸਟੈਟਾ 'ਚੋਂ ਆਉਂਦੀਆਂ ਨੇ, ਜਿੱਥੇ ਅੱਜ ਵੀ ਹਲੇ ਜਿਹੜਾ ਹੈ ਕਲੌਥ ਜਿਹੜਾ ਹੈ ਉਸ ਨੂੰ ਯੂਜ਼ ਕੀਤਾ ਜਾਂਦਾ, ਤਾਂ ਅਸੀਂ ਉਸ ਨੂੰ ਰਿਪਲੇਸ ਕਰਕੇ ਬੱਚਿਆਂ ਨੂੰ ਮੋਟੀਵੇਟ ਕਰਨ ਦੇ ਵਾਸਤੇ ਜਿਹੜਾ ਹੈ ਇਸ ਤਰ੍ਹਾਂ ਦਾ ਇੱਕ ਪ੍ਰੋਜੈਕਟ ਵੀ ਲੈ ਕੇ ਆਉਂਦਾ ਹੈ। ਫਿਰ ਜਿਹੜੀ ਸਭ ਤੋਂ ਮੇਨ ਏਮ ਜਿਹੜਾ ਜਿਸ ਵਾਸਤੇ ਰਮਸਾ ਲੈ ਕੇ ਆਂਦਾ ਗਿਆ, ਰਮਸਾ ਜਿਹੜਾ ਸੀਗਾ ਉਹਦੇ ਵਿੱਚ ਮੇਜਰ ਜਿਹੜਾ ਇਸ਼ੂ ਸੀਗਾ ਉਹ ਹੈ ਸਕਿੱਲ ਡਿਵੈਲਪਮੈਂਟ। ਅਸਲ ਦੇ ਵਿੱਚ ਅਸੀਂ ਇਹ ਕਹਿ ਰਹੇ ਸੀ ਕਿ ਵੀ ਵਾਂਟ ਟੂ ਟਰਾਂਸਫਾਰਮ ਆਵਰ ਸੈਕੰਡਰੀ ਐਜੂਕੇਸ਼ਨ ਟੂ ਦਾ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ। ਤਾਂ ਅਸੀਂ ਉਹ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਅਸੀਂ ਇਹ ਕਿਹਾ ਕਿ ਅਸੀਂ ਇਹ ਪ੍ਰੋਜੈਕਟ ਜਿਹੜਾ ਹੈ ਇਹਦੇ ਵਿੱਚ 780 ਪਹਿਲਾਂ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਆਪਰੇਟਿਵ ਬਣਾਵਾਂਗੇ, ਔਰ ਉਸ ਤੋਂ ਬਾਅਦ ਇਸ ਨੂੰ ਪੂਰੇ ਨੈਸ਼ਨਲ ਵਾਈਡ ਜਿਹੜਾ ਹੈ ਅਸੀਂ ਪ੍ਰੋਗਰਾਮ ਜਿਹੜਾ ਹੈ ਲੈ ਕੇ ਜਾਵਾਂਗੇ। ਨੈਸ਼ਨਲ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਹੈ ਇੰਪਲਾਇਬਿਲਿਟੀ ਯੂਥ ਦੇ ਵਿੱਚ ਇੰਪਰੂਵ ਕਰਨ ਦੇ ਲਈ ਉਹਨਾਂ ਨੂੰ ਇੱਕ ਪਰਟੀਕੂਲਰ ਸਕਿੱਲ ਜਿਹੜੀ ਹੈ ਉਸ ਦੀ ਟ੍ਰੇਨਿੰਗ ਜਿਹੜੀ ਹੈ ਉਹ ਡਿਲੀਵਰ ਕੀਤੀ ਜਾਏਗੀ, ਔਰ ਉਸ ਦੇ ਵਾਸਤੇ ਉਹ ਆਊਟਸੋਰਸਿੰਗ ਏਜੰਸੀ ਜਿਹੜੀਆਂ ਨੇ ਲਗਾਈਆਂ ਜਾਣਗੀਆਂ। ਮਤਲਬ ਮੰਨ ਲਓ ਕਿ ਤੁਸੀਂ ਮੋਬਾਈਲ ਦੀ ਟ੍ਰੇਨਿੰਗ ਦੇਣੀ ਹੈ, ਮੋਬਾਈਲ ਰਿਪੇਅਰ ਦੀ ਟ੍ਰੇਨਿੰਗ ਦੇਣੀ ਹੈ, ਤਾਂ ਅਸੀਂ ਕਿਸੇ ਏਜੰਸੀ ਨਾਲ ਇਸ ਤਰ੍ਹਾਂ ਦੇ ਨਾਲ ਕੰਮ ਕਰਾਂਗੇ, ਜਿਵੇਂ ਸੈਮਸੰਗ ਦੇ ਜਿਹੜੇ ਇੰਜੀਨੀਅਰਸ ਨੇ ਉਹਨਾਂ ਨੂੰ ਇਨਵਾਈਟ ਕੀਤਾ ਜਾਏਗਾ, ਉਹ ਜਿਹੜੇ ਹੈ ਪ੍ਰੋਗਰਾਮ ਕਰਵਾਉਣਗੇ। ਜਾਂ ਜੇ ਤੁਸੀਂ ਕਾਰ ਰਿਪੇਅਰ ਦਾ ਕੰਮ ਕਰਾਉਣਾ ਹੈ ਤਾਂ ਕਿਸੇ ਫੋਰਡ ਜਾਂ ਟੋਇਟਾ ਜਾਂ ਕਿਸੇ ਟਾਟਾ ਵਰਗੀ ਏਜੰਸੀ ਜਿਹੜੀ ਹੈ ਉਸ ਨਾਲ ਕੋਲੈਬੋਰੇਟ ਕੀਤਾ ਜਾਏਗਾ, ਔਰ ਅਸੀਂ ਆਊਟਸੋਰਸ ਕਰਾਂਗੇ। ਔਰ ਜਾਂ ਅਸੀਂ ਕਿਸੇ ਪ੍ਰਾਈਵੇਟ ਫਰਮ ਨੂੰ ਜਿਹੜਾ ਹੈ ਇਹ ਟ੍ਰੇਨਿੰਗ ਪ੍ਰੋਗਰਾਮ ਜਿਹੜੇ ਨੇ ਉਹ ਕੰਟਰੈਕਚੁਅਲ ਬੇਸਿਸ ਦੇ ਉੱਪਰ ਦੇ ਦਿਆਂਗੇ, ਜਿਹੜੇ ਸਾਡੇ ਵਾਸਤੇ ਇਹ ਬੱਚਿਆਂ ਦੀ ਜਿਹੜੀ ਹੈ ਇੰਪਲਾਇਬਿਲਿਟੀ ਜਿਹੜੀ ਹੈ ਉਸ ਨੂੰ ਧਿਆਨ 'ਚ ਰੱਖਦੇ ਹੋਏ ਸਕਿੱਲ ਟ੍ਰੇਨਿੰਗ ਪ੍ਰੋਵਾਈਡ ਕਰਵਾਉਣਗੇ। ਫਿਰ ਅਸੀਂ ਇਹਦੇ ਵਿੱਚ ਜਿਹੜੀ ਅਗਲੀ ਗੱਲ ਕੀਤੀ ਹੈ ਉਹ ਹੈ ਇਨਕਲੂਸਿਵ ਪ੍ਰੋਗਰਾਮ। ਇਨਕਲੂਸਿਵ ਪ੍ਰੋਗਰਾਮ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ SSA 'ਚ ਗੱਲ ਕਰਦੇ ਸੀ ਕਿ ਜਿਹੜੇ ਪਾਰਸ਼ਲੀ ਹੈਂਡੀਕੈਪ ਲੋਕ ਬੱਚੇ ਨੇ ਉਹਨਾਂ ਨੂੰ ਨਾਰਮਲ ਕਲਾਸਰੂਮ 'ਚ ਅਸੀਂ ਕਿਵੇਂ ਐਂਟਰਟੇਨ ਕਰ ਸਕਦੇ ਹਾਂ। ਸਿਮਿਲਰ ਹੀ ਇੱਥੇ ਹੈ ਡਿਸੇਬਲ ਜਿਹੜੇ ਹੈ ਚਿਲਡਰਨ ਨੇ ਉਹਨਾਂ ਨੂੰ ਅਸੀਂ ਇਨਕਲੂਸਿਵ ਐਜੂਕੇਸ਼ਨ ਦੇ ਥਰੂ ਜਿਹੜਾ ਹੈ ਨਾਰਮਲ ਕਲਾਸਰੂਮ ਦੇ ਵਿੱਚ ਕਿਵੇਂ ਐਂਟਰਟੇਨ ਕਰ ਸਕਦੇ ਹਾਂ 9th ਤੋਂ +2 ਤੱਕ ਦੇ ਗਵਰਨਮੈਂਟ ਔਰ ਗਵਰਨਮੈਂਟ ਏਡਡ ਸਕੂਲ ਦੇ ਵਿੱਚ। ਉਹਦੇ ਵਾਸਤੇ ਅਸੀਂ ਜਿਹੜੀ ਹੈ ਕਾਫੀ ਸਾਰੀ ਓਰੀਐਂਟੇਸ਼ਨ ਦੀ ਗੱਲ ਕੀਤੀ ਹੈ ਕਿ ਉਹਨਾਂ ਦੀ ਮੈਡੀਕਲ ਹੈਲਪ ਕਰਨੀ ਹੈ, ਜੇਕਰ ਪਾਰਸ਼ਲੀ ਬਲਾਈਂਡ ਹੈ ਤਾਂ ਉਹਨਾਂ ਨੂੰ ਸਪੈਕਸ ਲੈ ਕੇ ਦੇਣੀ ਹੈ, ਜਾਂ ਉਹਨਾਂ ਦੀ ਕੋਈ ਜੇ ਅਸੀਂ ਆਪਰੇਸ਼ਨ ਕਰਵਾ ਸਕਦੇ ਹਾਂ ਮਾਈਨਰ, ਜਾਂ ਅਸੀਂ ਉਹਨਾਂ ਵਾਸਤੇ ਕੋਈ ਲੈਂਜਸ ਜਿਹੜੇ ਨੇ ਉਹਨਾਂ ਦੀ ਅਰੇਂਜਮੈਂਟ ਕਰ ਸਕਦੇ ਹਾਂ। ਇੱਕ ਤਾਂ ਉਹ ਹੈ, ਦੂਸਰਾ ਹੈ ਐਜੂਕੇਸ਼ਨਲ ਜਿਹੜੀ ਹੈ ਅਸੈਸਮੈਂਟ ਔਰ ਬੁੱਕਸ ਔਰ ਸਟੇਸ਼ਨਰੀ ਯੂਨੀਫਾਰਮ ਇਸ ਤਰ੍ਹਾਂ ਦੇ ਅਲਾਉਂਸਸ ਜਿਹੜੇ ਨੇ ਉਹਨਾਂ ਨੂੰ ਦਿੱਤੇ ਜਾਣਗੇ, ਤਾਂ ਕਿ ਉਹ ਜਿਹੜੇ ਡਿਵਾਈਸਿਸ ਨੇ ਜਿਵੇਂ ਅਸੀਂ ਵੀਲ ਚੇਅਰ ਵੀ ਦੇ ਸਕਦੇ ਹਾਂ, ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਲਪ ਨੇ ਉਹ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ। ਔਰ ਹਰ ਬੱਚੇ ਲਈ 3000 ਰੁਪਈਆ ਸਕੂਲ ਨੂੰ ਆਥੋਰਾਈਜ਼ ਕਰ ਦਿੱਤਾ ਗਿਆ 9th +1 +2 ਦੇ ਬੱਚੇ ਨੂੰ ਜਿਹੜਾ ਹੈ ਉਹ ਜਿਹੜਾ ਉਹਦੇ ਵਿੱਚ ਲੈ ਕੇ ਆਉਣ ਦੇ ਲਈ, ਤਾਂ ਕਿ ਬੱਚਾ ਜਿਹੜਾ ਹੈ ਆਪਣੀ ਸਟੱਡੀ ਨੂੰ ਕੰਟੀਨਿਊ ਰੱਖੇ। ਔਰ ਇੱਕ ਇਹ ਵੀ ਕਿਹਾ ਗਿਆ ਕਿ ਸਪੈਸ਼ਲ ਐਜੂਕੇਸ਼ਨ ਟੀਚਰ ਵੀ ਹਰ ਸਕੂਲ ਦੇ ਵਿੱਚ ਅਪੁਆਇੰਟ ਕੀਤਾ ਜਾਏਗਾ, ਔਰ ਨਾਰਮਲ ਟੀਚਰ ਦੀ ਵੀ ਸਪੈਸ਼ਲ ਐਜੂਕੇਸ਼ਨ ਟ੍ਰੇਨਿੰਗ ਜਿਹੜੀ ਹੈ ਉਹ ਕਰਵਾਈ ਜਾਏਗੀ, ਔਰ ਜਿਹੜਾ ਹੈੱਡ ਹੈ ਉਸ ਦੀ ਜਿਹੜੀ ਓਰੀਐਂਟੇਸ਼ਨ ਵੀ ਕਰਵਾਈ ਜਾਏਗੀ ਕਿ ਸਕੂਲ ਨੂੰ ਕਿਸ ਤਰ੍ਹਾਂ ਬੱਚਿਆਂ ਲਈ ਐਕਸੈਸੀਬਲ ਬਣਾਉਣਾ ਹੈ। ਮੰਨ ਲਓ ਕੋਈ ਹੈਂਡੀਕੈਪ ਹੈ, ਸਾਨੂੰ ਸਕੂਲ ਦੇ ਹਰ ਕਲਾਸਰੂਮ ਦੇ ਅੱਗੇ ਰੈਂਪਸ ਬਣਾਉਣੇ ਪੈਣਗੇ। ਪਾਰਸ਼ਲੀ ਬਲਾਈਂਡ ਆ ਗਿਆ ਤਾਂ ਸਾਨੂੰ ਫਸਟ ਰੋ ਦੇ ਵਿੱਚ ਜਿਹੜੀ ਹੈ ਸਪੇਸ ਪ੍ਰੋਵਾਈਡ ਕਰਵਾਉਣੀ ਹੈ। ਇਸ ਤਰ੍ਹਾਂ ਜਿਹੜੇ ਟੋਇਲਟਸ ਨੇ ਉਹਨਾਂ ਨੂੰ ਵੀ ਸਪੈਸ਼ਲ ਜਿਹੜਾ ਹੈਂਡੀਕੈਪਸ ਦੀਆਂ ਸ਼ੀਟਸ ਆਉਂਦੀਆਂ ਨੇ, ਅਸੀਂ ਉਸ ਤਰ੍ਹਾਂ ਦੀਆਂ ਸ਼ੀਟਸ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਵਾਈਏ ਤਾਂ ਕਿ ਉਹ ਐਕਸੈਸ ਕਰ ਸਕਣ ਔਰ ਉਹਨਾਂ ਦਾ ਕੰਫਰਟ ਜਿਹੜਾ ਹੈ ਉਹ ਬਣਿਆ ਰਹੇ। ਫਿਰ ਅਸੀਂ ਕਿਹਾ ਵੀ ਕਿਸ ਤਰ੍ਹਾਂ ਦੇ ਹੈਂਡੀਕੈਪ ਵਾਲੇ ਬੱਚਿਆਂ ਨੂੰ ਐਂਟਰਟੇਨ ਕਰੋਗੇ। ਅਸੀਂ ਕਹਿੰਦੇ ਹਾਂ ਪਾਰਸ਼ਲੀ ਬਲਾਈਂਡ ਨੂੰ ਕਰਾਂਗੇ, ਲੋ ਵਿਜ਼ਨ ਵਾਲਿਆਂ ਨੂੰ ਕਰਾਂਗੇ, ਲੈਪਰਸੀ ਜਿਹੜੇ ਕਿਉਰ ਹੋ ਗਏ ਆ
ਤਾਂ ਅਸੀਂ ਕਹਿੰਦੇ ਨਾ ਉਹ ਜਿਹਨੂੰ ਕੋਡ ਹੋ ਜਾਂਦਾ ਔਰ ਫਿਰ ਉਹ ਕਿਉਰ ਹੋ ਜਾਂਦਾ, ਤਾਂ ਸਾਡੇ ਟੈਬੂ ਹੈ ਕਿ ਲੋਕ ਉਸ ਦੇ ਨਾਲ ਬਹੁਤ ਜ਼ਿਆਦਾ ਟੱਚ 'ਚ ਨਹੀਂ ਰਹਿੰਦੇ ਜਾਂ ਉਸ ਨੂੰ ਅੱਛਾ ਨਹੀਂ ਮੰਨਦੇ। ਪਰ ਅਸੀਂ ਇਸ ਨੂੰ ਵੀ ਕਹਿ ਰਹੇ ਹਾਂ ਕਿ ਜੇਕਰ ਕੋਡ ਠੀਕ ਹੋ ਗਿਆ ਤਾਂ ਉਸ ਤੋਂ ਬਾਅਦ ਉਸ ਬੱਚੇ ਨੂੰ ਵੀ ਨਾਰਮਲ ਕਲਾਸਰੂਮ 'ਚ ਲਿਆ ਕੇ ਜਾਵੇ ਅਤੇ ਟੈਬੂ ਨੂੰ ਬ੍ਰੇਕ ਕਰਨ ਦੀ ਗੱਲ ਹੈ। ਔਰ ਉਸ ਤੋਂ ਬਾਅਦ ਹੀਅਰਿੰਗ ਇੰਪੇਅਰਮੈਂਟ ਦੇ ਨਾਲ ਬੱਚੇ ਹੈਗੇ ਆ, ਉਹਨਾਂ ਨੂੰ ਅਸੀਂ ਏਡ ਜਿਹੜੀ ਹੈ ਪ੍ਰੋਵਾਈਡ ਕਰਾਉਣੀ ਹੈ। ਲੋਕੋਮੋਟਿਵ ਜਿਹੜੀ ਡਿਸੇਬਿਲਿਟੀ ਹੈ, ਜਿਸ ਦੇ ਵਿੱਚ ਅਸੀਂ ਕਹਿੰਦੇ ਹਾਂ ਬੱਚਾ ਤੁਰ ਨਹੀਂ ਸਕਦਾ, ਪਹੁੰਚ ਨਹੀਂ ਸਕਦਾ, ਅਸੀਂ ਉਸ ਨੂੰ ਸਟਿਕਸ ਦੇ ਸਕਦੇ ਹਾਂ, ਉਸ ਨੂੰ ਜਿਹੜਾ ਹੈ ਵੀਲ ਚੇਅਰ ਪ੍ਰੋਵਾਈਡ ਕਰ ਸਕਦੇ ਹਾਂ। ਮੈਂਟਲੀ ਰਿਟਾਰਡਡ ਦਾ ਤਾਂ ਪੋਸੀਬਲ ਨਹੀਂ ਹੈ ਇਨਕਲੂਜਨ, ਪਰ ਪਤਾ ਨਹੀਂ ਕਿਉਂ ਲਿਖਿਆ। ਮੈਂਟਲੀ ਇਲਨੈਸ ਜਿਹੜੀ ਹੈ, ਜਿਹੜੀ ਕਿ ਫਿਟਸ ਦੇ ਵਿੱਚ ਹੈ, ਤਾਂ ਉਹ ਜਿਹੜੇ ਫਿਟਸ ਨੇ ਕਿਸੇ ਪਰਟੀਕੂਲਰ ਸਪੈਸੀਫਿਕ ਸੀਜ਼ਨ 'ਚ ਆਉਂਦੇ ਆ, ਅਦਰਵਾਈਜ਼ ਬੱਚਾ ਨਾਰਮਲ ਬਿਹੇਵ ਕਰਦਾ, ਤਾਂ ਉਹਨਾਂ ਨੂੰ ਅਸੀਂ ਲੈ ਕੇ ਆ ਸਕਦੇ ਹਾਂ। ਔਰ ਜਿਹੜੀ ਹੈ ਸੈਰੀਬਲ ਪੈਲੇਸੀ ਹੈ, ਜਿਹਦੇ ਵਿੱਚ ਬੱਚਾ ਜਿਹੜਾ ਹੈ ਮੂਵਮੈਂਟਸ ਦੀ ਪ੍ਰੋਬਲਮ ਹੈ ਉਸਦੀ, ਜਾਂ ਬੋਲਣ ਦੀ ਪ੍ਰੋਬਲਮ ਹੈ, ਜਿਹਨੂੰ ਅਸੀਂ ਔਟਿਜ਼ਮ ਆਖਦੇ ਹਾਂ, ਤਾਂ ਉਹਨਾਂ ਜਾਂ ਸਪੀਚ ਇੰਪੇਅਰਮੈਂਟ ਹੈ, ਅਸੀਂ ਉਹਨਾਂ ਸਾਰੇ ਬੱਚਿਆਂ ਨੂੰ ਜਿਹੜਾ ਹੈ ਇਹਦੇ ਵਿੱਚ ਐਂਟਰਟੇਨ ਕਰਨਾ ਹੈ, ਤਾਂ ਕਿ ਬੱਚੇ ਜਿਹੜੇ ਹੈਗੇ ਆ ਲੋ ਫੀਲ ਨਾ ਕਰਨ। ਉਸ ਤੋਂ ਬਾਅਦ ਹੈ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਦੀ ਗੱਲ ਕੀਤੀ ਜਾ ਰਹੀ ਹੈ। ਉਹ ਕਹਿੰਦੇ ਆ ਕਿ ਸਾਨੂੰ ਸੈਂਟਰਲੀ ਸਪੋਂਸਰਡ ਜਿਹੜਾ ਹੈ ਇੱਕ ਪ੍ਰੋਜੈਕਟ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਕੰਪਿਊਟਰ ਐਜੂਕੇਸ਼ਨ ਐਂਡ ਲਿਟਰੇਸੀ ਇਨ ਸਕੂਲਸ ਦੇ ਵਿੱਚ ਅਸੀਂ ਜਿਹੜਾ ਹੈ ਐਜੂਕੇਸ਼ਨ ਟੈਕਨੋਲੋਜੀ ਦੇ ਥਰੂ ਬੱਚਿਆਂ ਨੂੰ ਫੈਮੀਲੀਅਰ ਕਰਨਾ ਚਾਹੁੰਦੇ ਹਾਂ ਕਿ ਨਵੀਆਂ ਟੈਕਨੋਲੋਜੀ ਕਿਹੜੀਆਂ ਆ ਰਹੀਆਂ ਨੇ, ਔਰ ਉਹਦੇ ਵਾਸਤੇ ਅਸੀਂ ਜਿਹੜਾ ਹੈ ਸੈਟੇਲਾਈਟ ਜਿਹੜੀ ਹੈ ਐਜੂਕੇਸ਼ਨ ਜਿਹੜੀ ਅਸੀਂ ਕਹਿ ਰਹੇ ਸੀਗੇ ਕਿ ਐਜੂਸੈਟ ਦੇ ਥਰੂ ਆ ਰਹੀ ਹੈ, ਔਰ ਕੰਪਿਊਟਰ ਐਜੂਕੇਸ਼ਨ ਪਲਾਨ ਨੂੰ ਸਟਰੈਂਥਨ ਕਰ ਰਹੇ ਹਾਂ, ਔਰ ਸਟਾਫ ਦੀ ਰੀਓਰੀਐਂਟੇਸ਼ਨ ਕਰ ਰਹੇ ਹਾਂ, ਔਰ ਇੰਸਟੀਟਿਊਸ਼ਨ ਨੂੰ ਜਿਹੜੀ ਹੈ ਸਪੈਸ਼ਲ ਟ੍ਰੇਨਿੰਗ ਪ੍ਰੋਵਾਈਡ ਕਰਵਾ ਰਹੇ ਹਾਂ, ਤਾਂ ਕਿ ਬੱਚਿਆਂ ਨੂੰ ਜਿਹੜਾ ਹੈ ਨਵੀਂ ਟੈਕਨੋਲੋਜੀ ਨਾਲ ਜਿਹੜਾ ਹੈ ਓਰੀਐਂਟ ਕਰਵਾਇਆ ਜਾ ਸਕੇ। ਔਰ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਹੈ ਕਿ ਅਸੀਂ ਕੁਝ NGOs ਨੂੰ ਇਨਵੋਲਵ ਕਰ ਰਹੇ ਹਾਂ, ਜਿਹੜੇ ਸਾਡੇ ਲਈ ਵੀਡੀਓ ਲੈਕਚਰ ਜਿਹੜੇ ਨੇ ਰਿਕਾਰਡ ਕਰਕੇ ਦੇਣ, ਔਰ ਫਿਰ ਅਸੀਂ ਕਹਿੰਦੇ ਹਾਂ ਕਿ ਅਸੀਂ ਮੈਨੇਜਮੈਂਟ ਜਿਹੜੀ ਹੈ ਉਹਨੂੰ ਇੰਟਰਨੈਟ ਬੇਸਡ ਕਰ ਰਹੇ ਹਾਂ। ਐਜੂਕੇਸ਼ਨ ਜਿਹੜੀ ਹੈ ਉਹਦੇ ਵਿੱਚ ਭਾਵੇਂ ਤੁਹਾਡੀ ਬਾਇਓਮੈਟ੍ਰਿਕ ਅਟੈਂਡੈਂਸ ਦੀ ਗੱਲ ਹੈ, ਜਾਂ ਤੁਹਾਡੀ ਜਿਹੜੀ ਹੈ ਆਨਲਾਈਨ ਕਲਾਸਿਸ ਦੀ ਗੱਲ ਹੈ, ਜਾਂ ਤੁਹਾਡੀ ਜਿਹੜੀ ਹੈ ਸਕਾਲਰਸ਼ਿਪ ਜਿਹੜੀਆਂ ਨੇ ਉਹਨਾਂ ਪੋਰਟਲ ਨੂੰ ਆਨਲਾਈਨ ਕਰਨਾ ਹੈ। ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਇੱਕ ਹੋਰ ਐਕਸ਼ਨ ਪਲਾਨ ਅਸੀਂ ਇਹਦੇ ਵਿੱਚ ਲੈ ਕੇ ਆ ਰਹੇ ਹਾਂ ਕਿ ਅਸੀਂ ਕੁਆਲਿਟੀ ਨੂੰ ਇੰਪਰੂਵ ਕਰਨ ਦੇ ਲਈ ਹੋਰ ਐਡੀਸ਼ਨਲ ਕਲਾਸਰੂਮ ਜਿੰਨੇ ਚਾਹੀਦੇ ਆ, ਲੈਬੋਰਟਰੀ ਜਿੰਨੀਆਂ ਚਾਹੀਦੀਆਂ, ਲਾਇਬ੍ਰੇਰੀ ਜਿੰਨੀਆਂ ਚਾਹੀਦੀਆਂ, ਆਰਟ ਐਂਡ ਕਰਾਫਟ ਰੂਮ ਜਿੰਨੇ ਚਾਹੀਦੇ ਆ, ਇਹ ਸਾਰੇ ਅਸੀਂ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਜਿਹੜਾ ਹੈ ਇਸੇ ਤਰ੍ਹਾਂ ਟਾਇਲਟ ਬਲਾਕਸ ਦੀ ਗੱਲ ਕਰ ਰਹੇ ਆ ਕਿ ਲੜਕਿਆਂ ਲਈ ਵੱਖਰੇ, ਲੜਕੀਆਂ ਲਈ ਵੱਖਰੇ ਟਾਇਲਟਸ ਜਿਹੜੇ ਨੇ ਉਹਨਾਂ ਦੀ ਪ੍ਰੋਵੀਜ਼ਨ ਅਸੀਂ ਕਰਨੀ ਹੈ। ਖਾਸ ਤੌਰ 'ਤੇ ਜਦੋਂ ਐਡੋਲੈਸੈਂਟਸ ਹੋ ਜਾਣ ਤਾਂ ਅਸੀਂ ਇਹਨਾਂ ਨੂੰ ਸੈਪਰੇਟ ਜਿਹੜਾ ਹੈ ਟਾਇਲਟਸ ਜਿਹੜਾ ਹੈ ਜਾਂ ਕਾਮਨ ਰੂਮ ਜਿਹੜਾ ਹੈ ਉਹ ਦੇਣਾ ਜ਼ਰੂਰੀ ਹੈ। ਤਾਂ ਇਹ ਇੱਕ ਵੱਡੀ ਪ੍ਰੋਵੀਜ਼ਨ ਦੀ ਗੱਲ ਹੋ ਰਹੀ ਹੈ। ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈਗਾ ਡਰਿੰਕੇਬਲ ਵਾਟਰ, ਜਿਹੜਾ ਵਾਟਰ ਪਿਊਰੀਫਾਇਰ ਦੇ ਥਰੂ ਆਵੇ, ਔਰ ਰੈਜ਼ੀਡੈਂਸ਼ੀਅਲ ਹੋਸਟਲ ਫਾਰ ਟੀਚਰ ਐਂਡ ਰਿਮੋਟ ਏਰੀਆ ਸਟੂਡੈਂਟਸ, ਤਾਂ ਅਸੀਂ ਇਹ ਸਟੂਡੈਂਟਸ ਔਰ ਟੀਚਰ ਲਈ ਰਿਮੋਟ ਏਰੀਆ ਐਜੂਕੇਸ਼ਨ ਦੀ ਗੱਲ ਵੀ ਇਹਦੇ ਵਿੱਚ ਕਰ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰ ਸਕੀਏ। ਤਾਂ ਇਸ ਤਰ੍ਹਾਂ ਨਾਲ ਅਸੀਂ ਕੁਝ ਕੰਪੋਨੈਂਟਸ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਅਸੀਂ ਹਰ ਤਰ੍ਹਾਂ ਦੀ ਜਿਹੜੀ ਉਹ ਬਰੀਅਰ ਹੈ ਜਿਹੜਾ ਇਨਰੋਲਮੈਂਟ ਨੂੰ ਫਾਲ ਕਰਦਾ, ਜਾਂ ਜਿਹੜਾ ਬੱਚੇ ਜਿਹੜਾ ਹੈ ਕਿਸੇ ਤਰ੍ਹਾਂ ਦੀ ਕੋਈ ਅਬਸਟੈਕਲ ਫੀਲ ਕਰਦੇ ਆ ਐਜੂਕੇਸ਼ਨ ਨੂੰ ਅੱਗੇ ਕੰਟੀਨਿਊ ਕਰਨ ਲਈ, ਅਸੀਂ ਉਹ ਸਾਰੀਆਂ ਦੂਰ ਕਰਦੇ ਹੋਏ ਕੁਆਲਿਟੀ ਐਜੂਕੇਸ਼ਨ ਇੰਪਾਰਟ ਕਰਨ ਦੇ ਲਈ ਰਮਸਾ ਪ੍ਰੋਗਰਾਮ ਲੈ ਕੇ ਆਏ ਹਾਂ। ਔਰ ਰਮਸਾ ਦੀਆਂ ਕਾਫੀ ਸਾਰੀਆਂ ਪ੍ਰੋਬਲਮਸ ਨੇ। ਪਹਿਲੀ ਪ੍ਰੋਬਲਮ ਤਾਂ ਇਹੀ ਹੈ ਕਿ ਇੰਪਲੀਮੈਂਟ ਕਰਦੇ ਹੋਏ ਇਹਦੇ ਵਿੱਚ ਸਾਡੇ ਕੋਲ ਯੂਨੀਵਰਸਲ ਇੱਕ ਸੈਂਟਰਲ ਪਲਾਨ ਬਣਾ ਲਿਆ ਗਿਆ, ਪਰ ਜਿਹੜੇ ਸਟੇਟਸ ਨੇ ਉਹਨਾਂ ਦੀਆਂ ਗਰਾਊਂਡ ਰਿਐਲਿਟੀ ਵੱਖਰੀਆਂ ਵੱਖਰੀਆਂ ਨੇ। ਗਰਾਊਂਡ ਰਿਐਲਿਟੀ ਕਿਵੇਂ ਵੱਖਰੀਆਂ ਨੇ? ਬਿਹਾਰ ਅਲੱਗ ਤਰ੍ਹਾਂ ਨਾਲ ਬਿਹੇਵ ਕਰਦਾ, ਔਰ ਉਹਦੀਆਂ ਸਰਕਮਸਟਾਂਸਿਸ ਵੱਖਰੇ ਨੇ, ਠੀਕ ਹੈ, ਔਰ ਉਹਨਾਂ ਦਾ ਵਿਜ਼ਨ ਵੀ ਵੱਖਰਾ ਹੈ, ਉਹਨਾਂ ਦੇ ਫਾਈਨੈਂਸ਼ੀਅਲ ਇਸ਼ੂਜ਼ ਵੀ ਵੱਖਰੇ ਨੇ, ਔਰ ਪਲਾਨਿੰਗ ਜਿਹੜੀ ਹੈ ਸਟੇਟ ਲੈਵਲ 'ਤੇ ਉਹ ਇੰਨੀ ਅੱਛੀ ਨਹੀਂ ਹੁੰਦੀ ਜਿੰਨੀ ਅੱਛੀ ਜਿਹੜਾ ਹੈ ਸੈਂਟਰ ਸੋਚਦਾ ਹੈ। ਅਗਲੀ ਗੱਲ ਹੈ ਕਿ ਹਾਈਪੋਥੈਟੀਕਲ ਪ੍ਰੋਬਲਮਸ ਲਈਆਂ ਜਾਂਦੀਆਂ ਨੇ, ਐਡਮਿਨਿਸਟ੍ਰੇਟਿਵ ਓਵਰਲੈਪ ਕਰ ਰਹੀ ਹੈ, ਸਟੇਟ ਆਪਣੇ ਢੰਗ ਨਾਲ ਮੋਨੀਟਰ ਕਰ ਰਿਹਾ, ਜਿਹੜਾ ਹੈ ਸੈਂਟਰ ਆਪਣੇ ਢੰਗ ਨਾਲ ਇਸ ਨੂੰ ਕਰ ਰਿਹਾ ਹੈ, ਔਰ ਟੀਚਰ ਦੀ ਇੰਟਰਫੇਰੈਂਸ ਜਿਹੜੀ ਫਰੀडम ਹੈ ਉਸ ਨੂੰ ਖਤਮ ਕਰ ਦਿੱਤਾ ਗਿਆ, ਕਿਉਂਕਿ ਅਥਾਰਟੀ ਚੈੱਕ ਬਹੁਤ ਵੱਡਾ ਹੋ ਗਿਆ, ਔਰ ਪੂਅਰ ਪਲਾਨਿੰਗ ਦੇ ਕਾਰਨ ਸਟੇਟ ਗਵਰਨਮੈਂਟ ਦੀ ਇਹ ਸਕਸੈਸਫੁਲ ਨਹੀਂ ਹੋ ਪਾ ਰਹੀਆਂ। ਫਿਰ ਅਗਲੀ ਗੱਲ ਕੀਤੀ ਜਾ ਰਹੀ ਹੈ ਕਿ ਡਿਲੇ ਹੈ, ਭਾਵੇਂ ਕਿ ਸੈਂਟਰ ਨੇ ਆਪਣੇ ਸਕੂਲਾਂ 'ਚ ਲਾਂਚ ਕਰ ਦਿੱਤਾ, ਪਰ ਸਟੇਟ ਹਾਲੇ ਤੱਕ ਉਸ ਨੂੰ ਬੈਟਰ ਵੇ ਨਾਲ ਲਾਂਚ ਨਹੀਂ ਕਰ ਪਾਈ। ਪੰਜਾਬ ਨੂੰ ਛੱਡ ਕੇ ਹੋਰ ਕਿਸੇ ਸਟੇਟ ਨੇ ਇਸ ਦਾ ਇਨਫਰਾਸਟਰਕਚਰ ਉਸ ਢੰਗ ਨਾਲ ਬਿਲਡ ਨਹੀਂ ਕੀਤਾ ਜਿਸ ਤਰ੍ਹਾਂ ਦਾ ਇਹਦੀ ਡਿਮਾਂਡ ਸੀ। ਫਿਰ ਮਿਸਮੈਚ ਹੋ ਗਿਆ ਕਿ ਅਸੀਂ ਜਿਹੜੀ 11th ਪਲਾਨ 'ਚ ਟਾਰਗੇਟ ਅਚੀਵ ਕਰਾਂਗੇ ਉਹ ਪੋਸੀਬਲ ਨਹੀਂ ਹੋ ਪਾਇਆ, ਹੁਣ ਅਸੀਂ ਇਸ ਨੂੰ ਅੱਗੇ ਲਿੰਗਰ ਔਨ ਕਰਦੇ ਜਾ ਰਹੇ ਹਾਂ। ਫਿਰ ਇਹ ਜਿਹੜਾ 5 ਕਿਲੋਮੀਟਰ ਦੇ ਵਿੱਚ ਜਾਂ 10 ਕਿਲੋਮੀਟਰ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਦੇਣ ਦੀ ਗੱਲ ਸੀਗੀ, ਇਹ ਵੀ ਇਹ ਉੱਤਰਾਖੰਡ ਦੇ ਵਿੱਚ ਹੀ ਪੋਸੀਬਲ ਨਹੀਂ ਹੋ ਪਾਇਆ, ਪੰਜਾਬ 'ਚ ਤਾਂ ਪੋਸੀਬਲ ਹੋ ਗਿਆ। ਤਾਂ ਜਿਹੜੀ ਅੱਜ ਦੀ ਗਵਰਨਮੈਂਟ ਹੈ ਇਹਦੇ ਆਪਣੇ ਐਡਮਿਨਿਸਟ੍ਰੇਟਿਵ ਦੇ ਵਿੱਚ ਇਹ ਪੋਸੀਬਿਲਿਟੀ ਨਹੀਂ ਹੈ। ਔਰ ਡਿਸਟੈਂਸ ਲਰਨਿੰਗ ਜਿਹੜੀ ਹੈ ਇਹਦੇ ਵਿੱਚ ਇਕੁਇਟੀ ਦੀ ਜਿਹੜੀ ਪ੍ਰੋਬਲਮ ਹੈ ਕਿ ਜਿਹੜਾ ਸੈਕੰਡਰੀ ਐਜੂਕੇਸ਼ਨ ਹੈ ਇਹ ਡਿਸਟੈਂਸ ਲਰਨਿੰਗ ਦੇ ਥਰੂ ਉਹਨਾਂ ਰਿਮੋਟ ਏਰੀਆ 'ਚ ਨਹੀਂ ਜਾ ਪਾ ਰਹੀ ਜਿੱਥੇ ਜਿਹੜਾ ਹੈ ਇੰਟਰਨੈਟ ਕਵਰ ਪੋਸੀਬਲ ਨਹੀਂ ਹੈ।
ਫਿਰ ਅਗਲੀ ਗੱਲ ਉਹ ਕਹਿੰਦੇ ਆ ਕਿ ਪਾਰਟਿਸਿਪੇਸ਼ਨ ਦੀ ਕੰਟਰੋਵਰਸੀ ਹੈਗੀ ਆ ਕਿ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਸਕੂਲ ਦੇ ਦਿੱਤੇ ਗਏ, ਪੰਚਾਇਤਾਂ ਨੂੰ ਸਕੂਲ ਦੇ ਦਿੱਤੇ, ਪੇਰੈਂਟਸ ਜਿਹੜੇ ਨੇ ਉਹ ਮੈਨੇਜਮੈਂਟ ਕਮੇਟੀ ਦੇ ਵਿੱਚ ਹੈਗੇ ਆ, ਉਹ ਪਲਾਨਿੰਗ ਪ੍ਰੋਸੈਸ ਨੂੰ ਉਸ ਬੈਟਰ ਵੇ ਨਾਲ ਨਹੀਂ ਕਰ ਪਾਉਂਦੇ ਜਿੰਨਾ ਕਿ ਇੱਕ ਅਥਾਰਟੀ ਜਾਂ ਇੱਕ ਲਰਨਡ ਪ੍ਰੋਫੈਸ਼ਨਲ ਕਰ ਪਾਉਂਦਾ ਹੈ। ਸਕੂਲ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਮੇਟੀ ਜਿਹੜੀਆਂ ਨੇ ਰਮਸਾ ਦੇ ਵਿੱਚ, ਇਹ ਵੀ ਇੱਕ ਤਰ੍ਹਾਂ ਨਾਲ ਇੰਪਲੀਮੈਂਟ ਕਰਨ ਦੀਆਂ ਬਾਡੀਜ਼ ਤਾਂ ਹੈ ਨੇ, ਪਰ ਇਹ ਉਹਨਾਂ ਅੱਛਾ ਕੰਮ ਨਹੀਂ ਕਰ ਪਾ ਰਹੀਆਂ, ਕਿਉਂਕਿ ਇਹ ਰਾਈਟ ਟੂ ਐਜੂਕੇਸ਼ਨ 'ਚ ਜਿਵੇਂ ਕੰਮ ਹੋ ਰਿਹਾ ਸਿਮਿਲਰ ਕੰਮ ਹੀ ਇਹ ਸੈਕੰਡਰੀ ਐਜੂਕੇਸ਼ਨ 'ਚ ਕਰ ਰਿਹਾ, ਪਰ ਇਹਨਾਂ ਦਾ ਨੇਚਰ ਜਿਹੜਾ ਹੈ ਡਿਫਰ ਕਰਦਾ ਹੈ। ਫਿਰ ਅਗਲੀ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਸੁਪਰ ਪਾਵਰ ਦੇ ਦਿੱਤੀ ਗਈ, ਸਾਰੀਆਂ ਪਾਵਰਾਂ ਹੀ ਸਕੂਲ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਮੇਟੀ ਨੂੰ ਦੇ ਦਿੱਤੀਆਂ ਗਈਆਂ। ਉਹੀ ਮੋਨੀਟਰ ਕਰਨਗੇ, ਉਹੀ ਫਿਨਾਂਸ ਨੂੰ ਦੇਖਣਗੇ, ਉਹੀ ਇੰਸਪੈਕਸ਼ਨ ਕਰਨਗੇ। ਇੱਕ ਮੰਨ ਲਓ ਕਿ ਤੁਹਾਡੇ ਪਿੰਡ ਦਾ ਸਰਪੰਚ ਚੇਅਰਮੈਨ ਲਗਾ ਦਿੱਤਾ ਗਿਆ, ਸਕੂਲ ਮੈਨੇਜਮੈਂਟ ਕਮੇਟੀ ਦਾ ਅਨਪੜ੍ਹ ਹੈ, ਸਰਪੰਚ ਬਣ ਗਿਆ, ਉਹ ਆ ਕੇ ਤੁਹਾਡੇ ਪ੍ਰਿੰਸੀਪਲ ਨੂੰ ਜਾਂ ਤੁਹਾਡੇ ਸਟਾਫ ਨੂੰ ਜਿਹੜਾ ਹੈ ਅਬਿਊਜ਼ਿਵ ਢੰਗ ਨਾਲ ਬੋਲ ਰਿਹਾ, ਕਿਉਂਕਿ ਉਸ ਨੂੰ ਪਤਾ ਹੀ ਨਹੀਂ ਹੈ ਕਿ ਮਤਲਬ ਕੀ ਪ੍ਰੋਬਲਮ ਨੇ, ਜਾਂ ਟੀਚਰ ਕਿਵੇਂ ਕੰਮ ਕਰਦਾ ਹੈ, ਜਾਂ ਟੀਚਰ ਨਾਲ ਕਿਵੇਂ ਇੰਟਰੈਕਟ ਕਰਨਾ ਹੈ। ਤਾਂ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਕੇ ਆ ਰਹੀ ਹੈ। ਫਿਰ ਅਗਲੀ ਗੱਲ ਹੈਗੀ ਹੈ ਕਿ ਸਟਾਕ ਜਿਹੜਾ ਹੈ, ਜਿਹੜੇ ਨਾਨ ਰੈਕਰਿੰਗ ਐਕਸਪੈਂਡੀਚਰ ਨੇ, ਉਹਨਾਂ ਦੀ ਸਮਝ ਨਹੀਂ ਹੁੰਦੀ। ਰੋਜ਼ ਜਿਹੜੀ ਟੁੱਟ ਭੱਜ ਹੁੰਦੀ ਹੈ ਉਹਦੇ ਬਾਰੇ 'ਚ ਆਮ ਲੋਕਾਂ ਨੂੰ ਨਹੀਂ ਪਤਾ। ਫਿਰ ਕੰਜ਼ਿਊਮੇਬਲ ਸਟਾਫ ਜਿਹੜਾ ਆਈਟਮਸ ਨੇ, ਜਾਂ ਜਿਹੜਾ ਰੈਕਰਿੰਗ ਐਕਸਪੈਂਡੀਚਰ ਹੈ, ਉਹਨਾਂ ਕੰਪੋਨੈਂਟ ਬਾਰੇ ਵੀ ਜਿਹੜਾ ਹੈ ਬਹੁਤ ਉਹਨਾਂ ਨੂੰ ਐਂ ਲੱਗਦਾ ਕਿ ਇਟ ਇਜ਼ ਅ ਟੋਟਲੀ ਵੇਸਟੇਜ। ਫਿਰ ਅਸੀਂ ਕਹਿੰਦੇ ਹਾਂ ਕਿ ਜਿਹੜੇ ਹੋਰ ਅਵੇਲੇਬਲ ਸਕੀਮਸ ਨੇ, ਜਿਨ੍ਹਾਂ ਵਿੱਚ ਟੈਕਸਟ ਬੁੱਕਸ ਆਉਂਦੀਆਂ ਨੇ ਜਾਂ ਹੋਰ ਫੈਸਿਲਿਟੀਜ਼ ਆਉਂਦੀਆਂ ਨੇ, ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਕਿ ਸਟੂਡੈਂਟ ਅਟੈਂਡੈਂਸ ਦੀ ਗੱਲ ਹੈ, ਟੀਚਰ ਦੇ ਕੰਡਕਟ ਦੀ ਗੱਲ ਹੈ, ਹਰ ਜਗ੍ਹਾ ਦੇ ਉੱਪਰ ਜਿਹੜੀ ਹੈ ਉਹ ਪੋਲੀਟੀਕਲ ਐਂਗਲ ਤੋਂ ਇਸ ਨੂੰ ਦੇਖਦੇ ਆ। ਇਸ ਕਰਕੇ ਇਹਨਾਂ ਦੀ ਆਪਣੀ ਓਰੀਐਂਟੇਸ਼ਨ ਹੈ ਕਿ ਜਿੱਥੇ ਜੇ ਵੋਟਾਂ ਮਿਲਦੀਆਂ ਨੇ ਤਾਂ ਉਹ ਕੰਮ ਕਰਵਾ ਲਓ, ਜਿੱਥੋਂ ਵੋਟਾਂ ਨਹੀਂ ਮਿਲਦੀਆਂ ਉਸ ਨੂੰ ਇਗਨੋਰ ਕਰ ਦਿਓ। ਗ੍ਰਾਮ ਪੰਚਾਇਤਾਂ ਦਾ ਵੀ ਇਹੀ ਸੇਮ ਪ੍ਰੋਬਲਮ ਹੈ। ਗ੍ਰਾਮ ਸਭਾ ਦੇ ਪਿੰਡਾਂ ਦੇ ਲੋਕ ਵੀ ਬਹੁਤ ਪੜ੍ਹੇ ਲਿਖੇ ਨਹੀਂ ਹੈ, ਇਸ ਕਰਕੇ ਇਹ ਮੋਨੀਟਰ ਕਰਨਾ ਬਹੁਤ ਅੱਛਾ ਨਹੀਂ ਚੱਲ ਰਿਹਾ। ਹੁਣ ਇਹਦੇ ਵਿੱਚ ਇੱਕ ਹੋਰ ਗੱਲ ਕਹੀ ਗਈ ਹੈ ਕਿ ਨਿਊਪਾ ਜਿਹੜੀ ਹੈ, ਨੈਸ਼ਨਲ ਯੂਨੀਵਰਸਿਟੀ ਆਫ ਐਜੂਕੇਸ਼ਨ ਪਲਾਨਿੰਗ ਐਂਡ ਐਡਮਿਨਿਸਟ੍ਰੇਸ਼ਨ, ਉਹ ਸਾਰੇ ਸਿਸਟਮ ਨੂੰ ਮੋਨੀਟਰ ਕਰੇਗੀ, ਔਰ ਉਹਨੇ ਇੱਕ ਜਿਹੜਾ ਹੈ ਡਿਸਟ੍ਰਿਕਟ ਲੈਵਲ ਦੇ ਉੱਪਰ ਇੱਕ ਜਿਹੜਾ ਇਨਫੋਰਮੇਸ਼ਨ ਸਿਸਟਮ ਡਿਵੈਲਪ ਕੀਤਾ ਹੈ, ਜਿਹਦੇ ਵਿੱਚ ਉਹ ਸਾਰੇ ਤਰ੍ਹਾਂ ਦੀ ਡਿਟੇਲ ਲੈ ਰਹੀ ਹੈ। ਪਰ ਉਹ ਇੱਕ ਮਤਲਬ ਇੱਕ ਜਗ੍ਹਾ ਦੇ ਉੱਪਰ ਇੰਨਾ ਕੁਆਲਿਟੀ ਕੰਮ ਹੋ ਨਹੀਂ ਪਾ ਰਿਹਾ, ਔਰ ਉਹਦੇ ਵਿੱਚ ਬੜੀ ਸਾਰੀ ਫਰੋਜਰੀ ਹੋ ਰਹੀ ਹੈ। ਇੱਕ ਇਹ ਚੀਜ਼ ਇਹਦੇ ਵਿੱਚ ਨਿਕਲ ਕੇ ਆਈ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਹੈਗੇ ਆ ਕਿ ਰਿਸੋਰਸ ਜਿਹੜੇ ਨੇ ਉਹ ਉਹਨਾਂ ਦਾ ਪਲਾਨਿੰਗ ਤਾਂ ਕਰ ਦਿੱਤੀ ਗਈ, ਪਰ ਮੋਡ ਆਫ ਆਪਰੈਂਡੀ ਕੰਮ ਹੋਏਗਾ ਕਿਵੇਂ ਇਹ ਨਹੀਂ ਦੱਸਿਆ। ਇਹੀ ਸਟਰੈਂਥ ਉਹਨਾਂ ਦੀ ਵੀਕਨੈਸ ਬਣ ਗਈ ਹੈ, ਔਰ ਕਿਵੇਂ ਅਸੀਂ ਉਸ ਨੂੰ ਕੰਮ ਕਰਨਾ ਹੈ ਉਹਦੇ ਬਾਰੇ 'ਚ ਕੋਈ ਡਿਟੇਲ ਨਹੀਂ ਦਿੱਤਾ ਗਿਆ। ਬਿਲੋ ਪਾਵਰਟੀ ਲਾਈਨ ਜਿਹੜੇ ਸਟੂਡੈਂਟਸ ਨੇ, ਫੈਮਲੀਜ਼ ਨੇ, ਉਹਨਾਂ ਨੂੰ ਜਿਹੜਾ ਹੈ ਬਹੁਤ ਜ਼ਿਆਦਾ ਟੇਕ ਕੇਅਰ ਨਹੀਂ ਕੀਤਾ ਜਾ ਰਿਹਾ, ਕਿਉਂਕਿ ਇਹ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਨਹੀਂ ਹੈ। ਇਹ ਸਿਰਫ ਗਵਰਨਮੈਂਟ ਦੀ ਵਿਸ਼ ਹੈ ਕਿ ਅਸੀਂ ਯੂਨੀਵਰਸਲਾਈਜ਼ ਕਰਾਂਗੇ। ਇਹ 'ਚ ਰਾਈਟ ਟੂ ਐਜੂਕੇਸ਼ਨ ਵਾਂਗ ਕਵਰ ਨਹੀਂ ਦਿੱਤਾ ਗਿਆ ਕਿ ਹਰ ਬੱਚੇ ਨੂੰ ਸਕੂਲ ਲੈ ਕੇ ਆਉਣਾ ਜ਼ਰੂਰੀ ਹੈ। ਇਹ ਇੱਕ ਵੱਡੀ ਇਹਦੇ ਵਿੱਚ ਸਮੱਸਿਆ ਬਣ ਕੇ ਆਉਂਦੀ ਹੈ। ਤਾਂ ਇਸ ਤਰ੍ਹਾਂ ਹੀ 2-4 ਗੱਲਾਂ ਹੋਰ ਨੇ ਕਿ ਅਸੀਂ ਜਿਹੜੇ ਨਵੇਂ ਸਕੂਲ ਲੈ ਕੇ ਆ ਰਹੇ ਹਾਂ ਉਹ ਪ੍ਰਾਈਵੇਟ ਮਾਡਲ 'ਚ ਲੈ ਕੇ ਆ ਰਹੇ ਹਾਂ। ਪ੍ਰਾਈਵੇਟ ਮਾਡਲ ਦੇ ਵਿੱਚ ਫੀਸ ਬਹੁਤ ਜ਼ਿਆਦਾ ਹੈ, ਇਹ ਪਹਿਲਾਂ ਵੀ ਗੱਲ ਕੀਤੀ ਸੀ। ਉਸ ਤੋਂ ਬਾਅਦ ਹੈ ਰਿਸੋਰਸਿਸ ਐਲੋਕੇਸ਼ਨ ਵੀ ਪਾਰਸ਼ਲ ਹੋ ਰਹੀ ਹੈ। ਜਿੱਥੇ ਗਵਰਨਮੈਂਟ, ਸੈਂਟਰ ਗਵਰਨਮੈਂਟ ਦੀਆਂ ਸਰਕਾਰਾਂ ਨੇ, ਉਹਨਾਂ ਸਟੇਟਾਂ ਨੂੰ ਜ਼ਿਆਦਾ ਫੰਡ ਮਿਲ ਰਹੇ ਆ, ਦੂਸਰਿਆਂ ਨੂੰ ਅੱਛੇ ਫੰਡ ਨਹੀਂ ਮਿਲ ਰਹੇ। ਫਾਈਨੈਂਸ਼ੀਅਲ ਪੈਟਰਨ ਵੀ ਡਿਸਟਰਬ ਹੋ ਗਿਆ ਕਿ ਹੁਣ 50-50 ਤੇ ਆ ਗਏ ਆ, ਤੇ ਸਟੇਟ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਇੰਨੀ ਫੰਡਿੰਗ ਦੇ ਸਕੇ। ਤਾਂ ਇਸ ਨਾਲ ਇਹ ਸਕਸੈਸਫੁਲ ਨਹੀਂ ਹੋ ਪਾ ਰਿਹਾ, ਔਰ ਟੀਚਰ ਹਮੇਸ਼ਾ ਹੀ ਅੰਡਰ ਸਕੈਨ ਹੈ। ਡਬਲ ਅਥਾਰਟੀ ਕੰਮ ਕਰ ਰਹੀ ਹੈ, ਸੈਂਟਰ ਗਵਰਨਮੈਂਟ ਦੀ ਅਥਾਰਟੀ ਵੀ ਹੈ ਔਰ ਸਟੇਟ ਦੀ ਵੀ ਹੈ। ਪਲਾਨਿੰਗ ਉਨੀ ਅੱਛੀ ਨਹੀਂ ਹੋ ਪਾ ਰਹੀ ਜਿੰਨੀ ਅੱਛੀ ਚਾਹੀਦੀ ਸੀਗੀ। ਤਾਂ ਇਸ ਤਰ੍ਹਾਂ ਨਾਲ ਸਾਡੇ ਕੋਲ ਲਰਨਿੰਗ ਰਿਸੋਰਸ ਸੈਂਟਰ ਵੀ ਬਹੁਤ ਸਾਰੇ ਸਟੇਟਾਂ ਨੇ ਹਾਲੇ ਡਿਵੈਲਪ ਨਹੀਂ ਕੀਤੇ। ਸਾਡੇ ਪੰਜਾਬ ਦੇ ਵਿੱਚ ਐਜੂਸੈਟ ਔਰ ICT ਔਰ ਲਾਇਬ੍ਰੇਰੀ ਡਿਵੈਲਪ ਹੋ ਗਈਆਂ। ਇਹ ਇੱਕ ਪ੍ਰੋਬਲਮ ਬਣ ਕੇ ਆ ਰਹੀ ਹੈ। ਤਾਂ ਇਸ ਤਰ੍ਹਾਂ ਨਾਲ ਸਾਡੇ ਕੋਲ ਇਹ ਸਾਰਾ ਜਿਹੜਾ ਹੈਗਾ ਪ੍ਰੋਗਰਾਮ ਰਮਸਾ ਦੀਆਂ ਮੈਰਿਟ ਡੀਮੈਰਿਟਸ ਨਾਲ ਅਸੀਂ ਡਿਸਕਸ ਕੀਤਾ। ਥੋੜਾ ਫਾਸਟ ਇਸ ਕਰਕੇ ਕੀਤਾ ਕਿ ਮੈਂ ਚਾਹੁੰਦਾ ਸੀ ਅੱਜ ਇਹ ਕੰਪਲੀਟ ਹੋ ਜਾਵੇ।